ਪ੍ਰਵਾਸੀ ਪਲੱਸ ਹੋਮ ਹੈਲਥ ਐਂਡ ਹੈਪੀਨੈਸ ਨਾਲ ਜੁੜ ਚੁੱਕੇ ਸਾਰੇ ਲਿਸਨਰਸ ਦਾ ਪ੍ਰੋਗਰਾਮ ਵਿੱਚ ਬਹੁਤ ਲਿੰਕਾ ਸਵਾਗਤ। ਤੁਹਾਨੂੰ ਸਭ ਨੂੰ ਮੀਨਾਖੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਵੈਲਕਮ। ਪ੍ਰੋਗਰਾਮ ਦੇ ਵਿੱਚ 9 ਜੂਨ ਦਾ ਪ੍ਰੋਗਰਾਮ ਬੁੱਧਵਾਰ ਦਾ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੇ ਹਾਂ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਔਰ ਬਹੁਤ ਅੱਛੀਆਂ ਕੁਝ ਅੱਜ ਮੈਂ ਆਂਦੇ ਖਬਰਾਂ ਵੀ ਸੁਣਦੀ ਆ ਰਹੀ ਸੀ ਰਸਤੇ ਵਿੱਚ। ਬੜੀਆਂ ਅੱਛੀਆਂ ਕੁਝ ਗੁੱਡ ਨਿਊਜ਼ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਮਿਲਣ ਵਾਲੀਆਂ ਜਿਹੜੇ ਖਾਸ ਕਰਕੇ ਕੋਵਿਡ ਦੇ ਨਾਲ ਰਿਲੇਟਡ ਹੈਗੀਆਂ ਜਾਂ ਅਦਰਵਾਈਜ਼ ਜਨਰਲ ਹੈਲਥ ਦੇ ਨਾਲ ਰਿਲੇਟਡ, ਉਹ ਵੀ ਤੁਹਾਡੇ ਨਾਲ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝੇ ਕਰਾਂਗੇ। ਔਰ ਹਮੇਸ਼ਾ ਵਕਨ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪਿਆਰਿਆ ਤਾਂ ਪਿਆਰਾ ਕੋਈ ਸ਼ਬਦ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਏ। ਹਾਲਾਂਕਿ ਜਦੋਂ ਕੋਈ ਵੀ ਸ਼ਬਦ ਸੁਣਦੇ ਆ ਲੱਗਦੇ ਸਾਰੇ ਹੀ ਉਨੇ ਹੀ ਪਿਆਰੇ ਨੇ। ਔਰ ਬੜਾ ਹੀ ਇੱਕ ਮਿੱਠਾ ਸ਼ਬਦ ਪਾਵਰ ਕਾਲੋਨੀ ਰੋਪੜ ਤੇ ਵਿੱਚ ਸਮਾਗਮ ਹੋਇਆ ਸੀਗਾ, ਮਹਾਨ ਕੀਰਤਨ ਦਰਬਾਰ ਲੱਗਿਆ ਸੀਗਾ। ਭਾਈ ਸਤਵਿੰਦਰ ਸਿੰਘ ਜੀ ਦਾ ਔਰ ਭਾਈ ਹਰਵਿੰਦਰ ਸਿੰਘ ਜੀ ਦਾ ਗਾਇਆ ਹੋਇਆ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਤਾਪਮਾਨ ਜਾ ਚੁੱਕਾ ਹੈ, ਦਾ ਮੈਕਸਿਮਮ 28 ਤੱਕ ਜਾਣਾ ਸੀਗਾ, ਆਲਰੇਡੀ ਰੀਚ ਕਰ ਚੁੱਕਾ ਹੈ ਟੈਂਪਰੇਚਰ। ਬੱਦਲ ਨੇ ਜ਼ਿਆਦਾਤਰ ਹਲਕੀ ਕਿਤੇ ਧੁੱਪ ਨਿਕਲਦੀ ਹੈ ਔਰ ਥੰਡਰ ਸਟਾਰਮਸ ਦੇ ਪੂਰੇ ਚਾਂਸਸ ਫੇਰ ਬਣੇ ਹੋਏ ਨੇ। ਔਰ ਸੀਜ਼ਨਲ ਵੈਦਰ ਹੈਗੀ ਹੈ ਜਿਹੜੇ ਅੱਜ ਕੱਲ ਬਾਰਿਸ਼ ਪੈਂਦੀ ਹੁੰਦੀ ਹੈ। ਔਰ ਕੱਲ ਵੀਰਵਾਰ ਨੂੰ ਫਿਰ 23 ਡਿਗਰੀ ਹਾਈ ਹੋਏਗਾ ਔਰ ਕੱਲ ਪਰਸੋਂ ਚੌਥ ਲਗਾਤਾਰ 3 ਦਿਨ 23 ਹਾਈ ਹੋਏਗਾ, ਵੀਰਵਾਰ ਤੇ ਸ਼ੁੱਕਰਵਾਰ ਨੂੰ, ਤੇ ਸ਼ਨੀਵਾਰ ਨੂੰ ਜਿਹੜਾ ਹੋਏਗਾ 24 ਡਿਗਰੀ ਤੱਕ ਹਾਈ। ਔਰ ਤਿੰਨੋਂ ਦਿਨ ਧੁੱਪ ਨਿਕਲੇਗੀ, ਹਲਕੇ ਬੱਦਲ ਹੋਣਗੇ ਪਰ ਬਾਰਿਸ਼ ਦੇ ਹਜੇ ਚਾਂਸਸ ਇਹਨਾਂ 3 ਦਿਨਾਂ 'ਚ ਨਹੀਂ ਹੈ। ਜਦਕਿ ਇਤਵਾਰ ਨੂੰ ਫਿਰ 23 ਡਿਗਰੀ ਹਾਈ ਦੇ ਨਾਲ ਜਿਹੜੀ ਬਾਰਿਸ਼ ਹੋਏਗੀ। ਹਾਲਾਂਕਿ ਧੁੱਪ ਥੋੜੀ ਜ਼ਰੂਰ ਨਿਕਲੇਗੀ ਪਰ ਬਾਰਿਸ਼ ਦੇ ਵੀ ਚਾਂਸਸ ਸੰਡੇ ਨੂੰ ਬਣੇ ਹੋਏ ਹੈ। ਤੇ ਅੱਜ ਤੋਂ ਬਾਅਦ ਫਿਰ ਲਗਾਤਾਰ 3 ਦਿਨ ਜਿਹੜਾ 23 ਡਿਗਰੀ ਹਾਈ ਤੇ 24 ਡਿਗਰੀ ਹਾਈ ਜਿਹੜਾ ਰਹੇਗਾ ਤਾਪਮਾਨ। ਮੌਸਮ ਦੀ ਜਾਣਕਾਰੀ। ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਕੇਸਿਸ ਅੱਜ ਜਿਹੜੇ ਨੇ ਤਕਰੀਬਨ 400 ਦੇ ਨੇੜੇ ਆਏ ਨੇ। 411 ਕੇਸਿਸ ਅੱਜ ਦਾ ਆਏ ਨੇ ਔਰ ਕੱਲ ਤੱਕ 469 ਕੇਸਿਸ ਆਏ ਸੀਗੇ, ਜਦ ਕਿ ਮੰਗਲਵਾਰ ਨੂੰ 733 ਕੇਸਿਸ ਜਿਹੜੇ ਨੇ ਆਏ ਸੀਗੇ, ਇਹ ਤਕਰੀਬਨ ਇੱਕ ਹਫਤਾ ਪਹਿਲਾਂ। ਔਰ ਅੱਜ ਆਏ ਨੇ 411 ਕੇਸਿਸ ਔਰ ਲਗਾਤਾਰ ਕੇਸਿਸ ਥੋੜੇ ਕਰਕੇ ਘਟ ਹੀ ਜਾ ਰਹੇ ਨੇ। ਪਰ ਮੌਤਾਂ ਦੀ ਗਿਣਤੀ ਥੋੜੀ ਜਿਹੀ ਵਧੀ ਹੈ, 33 ਮੌਤਾਂ ਹੋਰ ਹੋਈਆਂ ਨੇ। ਔਰ ਕੇਸਿਸ ਜਿਹੜੇ ਨੇ ਹੁਣ ਅੱਜ ਜਿਹੜੇ ਆਏ ਹੈ, ਸਪਟੈਂਬਰ 25 ਤੋਂ ਬਾਅਦ ਪਹਿਲਾ ਦਿਨ ਹੈ ਕਿ ਇੰਨੇ ਘੱਟ ਜਿਹੜੇ ਕੇਸਿਸ ਆਏ ਹੈ। ਔਰ ਐਵਰੇਜ ਤੌਰ ਤੇ ਦੇਖਿਆ ਜਾਏ ਤੇ ਥੋੜੇ ਕਰਕੇ ਰੋਜ਼ ਕੇਸਿਸ ਘਟ ਹੀ ਰਹੇ ਨੇ। 30,456 ਟੈਸਟ ਜਿਹੜੇ ਨੇ ਪਿਛਲੇ 24 ਘੰਟਿਆਂ ਦੇ ਵਿੱਚ ਕੀਤੇ ਗਏ ਨੇ ਔਰ ਪੋਜ਼ਿਟਿਵਿਟੀ ਰੇਟ ਵੀ ਅੱਜ ਸਿਰਫ 2% ਤੱਕ ਰਹਿ ਗਿਆ ਹੈ, ਜਿਹੜਾ ਕਿ 25 ਫਰਵਰੀ ਤੋਂ ਬਾਅਦ ਇੰਨਾ ਲੋ ਪੋਜ਼ਿਟਿਵਿਟੀ ਜਿਹੜਾ ਰੇਟ ਆਇਆ ਹੈ। ਮੌਤਾਂ ਦੀ ਗਿਣਤੀ ਹੁਣ ਤੱਕ ਪਹੁੰਚ ਚੁੱਕੀ ਹੈ 6,824 ਤੱਕ, ਜਿਹੜੀ ਕਿ ਐਕਟੀਵਿਟੀ ਜਿਹੜੇ ਹੁਣ ਐਕਟਿਵ ਕੇਸਿਸ ਨੇ ਉਹਨਾਂ ਦੀ ਗਿਣਤੀ 6,824 ਤੱਕ ਹੁਣ ਪਹੁੰਚ ਚੁੱਕੀ ਹੈ, ਜਿਹੜੇ ਕਿ ਪਿਛਲੇ ਬੁੱਧਵਾਰ 10,664 ਸੀਗੇ। ਔਰ ਨਵੇਂ ਜਿਹੜੇ ਕੇਸਿਸ ਆ ਰਹੇ ਨੇ ਉਹ ਵੀ ਲਗਾਤਾਰ ਥੋੜੇ ਕਰਕੇ ਘਟ ਰਹੇ ਨੇ। ਔਰ ਹੁਣ ਜੇ ਦੇਖਿਆ ਜਾਏ ਤੇ ਟੋਰਾਂਟੋ ਦੇ ਵਿੱਚ 97 ਨਵੇਂ ਕੇਸਿਸ ਆਏ ਨੇ। 100 ਤੋਂ ਥੱਲੇ ਆ ਗਏ ਕੇਸਿਸ ਟੋਰਾਂਟੋ ਦੇ ਵਿੱਚ ਵੀ। 97 ਟੋਰਾਂਟੋ ਦੇ ਵਿੱਚ ਨੇ, 72 ਆਏ ਨੇ ਪੀਲ ਰੀਜਨ ਦੇ ਵਿੱਚ ਔਰ 35 ਵਾਟਰਲੂ ਦੇ ਵਿੱਚ। 26 ਕੇਸਿਸ ਜਿਹੜੇ ਆਏ ਨੇ ਯਾਰਕ ਰੀਜਨ ਦੇ ਵਿੱਚ, 25 ਆਏ ਹੈ ਹੈਮਿਲਟਨ ਦੇ ਵਿੱਚ। ਤੇ ਤੁਸੀਂ ਦੇਖ ਰਹੇ ਹੋ ਕੇਸਿਸ ਥੋੜੇ ਘਟ ਰਹੇ ਨੇ। ਔਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਮੌਤਾਂ ਦੀ ਗਿਣਤੀ ਜਿਹੜੀ ਹੈ ਕੱਲ ਨਾਲੋਂ ਥੋੜੀ ਜਿਹੀ ਵਧੀ ਹੈ, 33 ਮੌਤਾਂ ਜਿਹੜੀਆਂ ਹੋਈਆਂ ਨੇ। ਪਰ ਇਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਇਹਨਾਂ ਵਿੱਚੋਂ 11 ਮੌਤਾਂ ਅਸਲ ਦੇ ਵਿੱਚ ਜਿਹੜੀਆਂ ਰਿਪੋਰਟ ਹੋਈਆਂ ਨੇ ਹੁਣ ਉਹ April ਔਰ May ਮਹੀਨੇ ਦੀਆਂ ਵਿੱਚ ਹੈਗੀਆਂ। ਔਰ ਵਾਇਰਸ ਰਿਲੇਟਡ ਜਿਹੜੀ ਡੈਥਸ ਨੇ ਹੁਣ ਤੱਕ ਜਿਹੜੀਆਂ ontario ਦੇ ਵਿੱਚ ਹੋਈਆਂ ਨੇ 8,920 ਤੱਕ ਪਹੁੰਚ ਗਈਆਂ ਨੇ। ਔਰ ਹਸਪੀਟਲ ਦੇ ਵਿੱਚ ਵੀ ਨੰਬਰ ਥੋੜੇ ਕਰਕੇ ਘਟ ਰਹੇ ਨੇ। 571 ਪੇਸ਼ੈਂਟਸ ਇਸ ਵੇਲੇ ਹਸਪੀਟਲ ਦੇ ਵਿੱਚ ਆਪਣੀ ਟ੍ਰੀਟਮੈਂਟ ਕਰਾ ਰਹੇ ਨੇ, ਜਿਨ੍ਹਾਂ ਵਿੱਚੋਂ 466 ਪੇਸ਼ੈਂਟਸ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਨੇ। ਇਹਨਾਂ 466 ਵਿੱਚ ਵੀ 33 ਪੇਸ਼ੈਂਟਸ ਜਿਹੜੇ ਨੇ ਮੈਨੀਟੋਬਾ ਤੋਂ ਜਿਹੜੇ ਇੱਥੇ ਟ੍ਰਾਂਸਫਰ ਕੀਤੇ ਗਏ ਨੇ। ਪਿਛਲੇ ਹਫਤੇ ਜਿਹੜੇ ਹੈ 706 ਪੇਸ਼ੈਂਟਸ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀਗੇ ਹਸਪੀਟਲਸ ਦੇ ਵਿੱਚ ਤੇ 576 ਸੀਗੇ
ICU ਦੇ ਵਿੱਚ, ਜਦਕਿ ਅੱਜ 571 ਟੋਟਲ ਪੇਸ਼ੈਂਟਸ ਨੇ ਤੇ 466 ਹੈਗੇ ਨੇ ICU ਦੇ ਵਿੱਚ, ਜਿਨ੍ਹਾਂ ਵਿੱਚ 33 ਕੇਸਿਸ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕਿ ਮੈਨੀਟੋਬਾ ਤੋਂ ਆਏ ਹੈਗੇ ਹੈ। ਔਰ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਕਿ ਫੋਰਡ ਸਰਕਾਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਨਾਨ ਐਸੈਂਸ਼ੀਅਲ ਰਿਟੇਲ ਜਿਹੜੇ ਸਟੋਰਸ ਹੈਗੇ ਨੇ ਉਹ ਓਨਟਾਰੀਓ ਦੇ ਵਿੱਚ 15% ਕੈਪੈਸਿਟੀ ਦੇ ਵਿੱਚ ਓਪਨ ਕੀਤੇ ਜਾਣਗੇ। ਇਸ ਦੇ ਨਾਲ ਨਾਲ ਬਾਰਸ ਔਰ ਰੈਸਟੋਰੈਂਟਸ ਜਿਹੜੇ ਨੇ ਆਊਟਡੋਰ ਪੈਟੀਓ ਦੀ ਸੇਵਾਵਾਂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਣੀਆਂ ਸ਼ੁਰੂ ਕਰ ਦੇਣਗੇ, ਫਰਾਈਡੇ ਆਨਵਰਡਸ, ਜਿਹੜੀ ਕਿ ਕਾਫੀ ਮਹੀਨਿਆਂ ਤੋਂ ਬੰਦ ਹੈਗੀਆਂ। ਔਰ ਇਹ ਜਿਹੜਾ ਹੈ ਹੁਣ ਰੀਓਪਨਿੰਗ ਪਲਾਨ ਦਾ ਜਿਹੜਾ ਫਸਟ ਸਟੈਪ ਜਿਹੜਾ ਹੈ ਥੋੜੇ ਦਿਨ ਜਲਦੀ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਕਿ ਪਹਿਲਾਂ 14 ਜੂਨ ਤੋਂ ਸ਼ੁਰੂ ਹੋਣਾ ਸੀਗਾ, ਜਦਕਿ ਇਸ ਸ਼ੁੱਕਰਵਾਰ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਔਰ ਤਕਰੀਬਨ 10.5 ਮਿਲੀਅਨ ਡੋਜ਼ਿਸ ਕੋਵਿਡ-19 ਦੀ ਵੈਕਸੀਨ ਦੀਆਂ ਹੁਣ ਤੱਕ ਪ੍ਰੋਵਿੰਸ ਦੇ ਵਿੱਚ ਡਿਲੀਵਰ ਕੀਤੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਕੱਲ ਦੇ ਵਿੱਚ 1,80,000 ਇੰਜੈਕਸ਼ਨਸ ਲਗਾਏ ਗਏ ਸੀਗੇ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਨਿਊ ਸਮਾਈਲ ਡੈਂਚਰ ਕਲੀਨਿਕ, ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडेड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा सकदे हन। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हर साल से आपका जाना पहचाना नाम वाजिद मलिक है, हर वक्त आपके साथ। अ रियल एस्टेट एंड इन्वेस्टमेंट एक्सपर्ट, साउथ एशियन कम्युनिटी की जान। फ्रॉम कॉन्डो, टाउन हाउस या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। सो कॉल नाउ 416-827-3333 416-827-3333 or visit wajidmalik.com. Proven trusted name in the community. रूफिंग ਦੇ ਵਧੀਆ ਤੇ ਸਸਤੇ ਕੰਮ ਲਈ ਇਨਫਿਨਿਟੀ ਰੂਫਿੰਗ, ਕਿਉਂਕਿ ਇਹਨਾਂ ਕੋਲੇ 18 ਸਾਲ ਦਾ ਤਜਰਬਾ। ਕੰਮ ਕਮਰਸ਼ੀਅਲ ਹੋਵੇ ਜਾਂ ਰੈਜ਼ੀਡੈਂਸ਼ੀਅਲ, ਸ਼ਿੰਗਲ ਰੂਫ, ਫਲੈਟ ਰੂਫ, ਮੈਟਲ ਰੂਫ, ਐਲੂਮੀਨੀਅਮ ਜਾਂ ਵਿਨਾਈਲ ਸਲਾਈਡਿੰਗ, ਮਾਈਨਰ ਜਾਂ ਐਮਰਜੈਂਸੀ ਰਿਪੇਅਰਸ, ਵੈਂਟੀਲੇਸ਼ਨ ਜਾਂ ਐਟਿਕ ਇਨਸੂਲੇਸ਼ਨ। Call Baljit Brar for free estimates 647-222-1097 647 222 1097। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500,000 ਡੱਬੇ ਦਾ ਆਰਡਰ ਹੈਗੀ ਹੈ ਫੁੱਲੀ ਵੈਕਸੀਨੇਟਡ ਕੈਨੇਡੀਅਨ ਟਰੈਵਲਰਸ ਵਾਸਤੇ। ਉਹਨਾਂ ਨੂੰ ਹੁਣ ਫੈਡਰਲ ਸਰਕਾਰ ਜਿਹੜੀ ਹੈ ਹਟਾਉਣ ਲੱਗੀ ਹੈ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਦੋਨੋਂ ਵੈਕਸੀਨਸ ਮਿਲ ਚੁੱਕੀਆਂ ਨੇ, ਫੁੱਲੀ ਜਿਹੜੇ ਵੈਕਸੀਨੇਟਡ ਨੇ ਕੈਨੇਡੀਅਨ ਟਰੈਵਲਰਸ, ਜੇ ਬਾਰਡਰ ਤੋਂ ਬਾਹਰ ਜਾਂਦੇ ਹੈ ਵਾਪਿਸ ਆਉਂਦੇ ਹੈ ਤੇ ਉਹਨਾਂ ਨੂੰ 14 ਦਿਨਾਂ ਦਾ ਜਿਹੜਾ ਕੁਆਰੰਟਾਈਨ ਕਰਨ ਦੀ ਹੁਣ ਲੋੜ ਨਹੀਂ ਹੋਏਗੀ। ਔਰ ਇਹ ਸਾਰੇ ਕੈਨੇਡੀਅਨ ਸਿਟੀਜ਼ਨਸ ਔਰ ਪਰਮਾਨੈਂਟ ਰੈਜ਼ੀਡੈਂਟਸ ਦੇ ਉੱਪਰ ਅਪਲਾਈ ਹੋਏਗਾ ਜਿਨ੍ਹਾਂ ਨੇ ਫੁੱਲ ਕੋਰਸ ਕੀਤਾ ਹੈ ਕੋਵਿਡ-19 ਦੀ ਵੈਕਸੀਨ ਦਾ। ਪਰ ਇਸ ਦੇ ਨਾਲ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਾਪਿਸ ਪਹੁੰਚਣ ਤੇ ਕੋਵਿਡ-19 ਦਾ ਟੈਸਟ ਜ਼ਰੂਰ ਕਰਾਉਣਾ ਪਏਗਾ ਔਰ 3 ਦਿਨਾਂ ਵਾਸਤੇ ਆਈਸੋਲੇਸ਼ਨ ਦੇ ਵਿੱਚ ਰਹਿਣਾ ਪਏਗਾ ਜਦੋਂ ਤੱਕ ਕਿ ਟੈਸਟ ਨੈਗੇਟਿਵ ਨਹੀਂ ਆ ਜਾਂਦਾ। ਔਰ ਕੇਸਿਸ ਜਿਹੜੇ ਨੇ ਹੌਲੀ ਜਿਹੜੇ ਘਟ ਰਹੇ ਨੇ, ਇਸ ਕਰਕੇ ਵੈਕਸੀਨੇਸ਼ਨ ਵੀ ਵੱਧ ਰਹੀ ਹੈ ਔਰ ਕੋਵਿਡ ਦੇ ਕੇਸਿਸ ਘਟ ਰਹੇ ਨੇ, ਇਸ ਕਰਕੇ ਜਿਹੜੇ ਚੇਂਜਸ ਲਿਆਂਦੇ ਜਾ ਰਹੇ ਨੇ। ਔਰ ਇਹ ਜਿਹੜਾ ਹੈ ਹੋ ਸਕਦਾ ਹੈ ਕਿ ਅਰਲੀ ਜੁਲਾਈ ਤੱਕ ਇਹ ਬਾਰਡਰ ਦੇ ਵਿੱਚ ਹੋਰ ਸਾਰੀਆਂ ਜਿਹੜੀ ਚੇਂਜਸ ਆ ਜਾਣ। ਔਰ ਜਿਹੜੇ ਕੈਨੇਡੀਅਨਸ ਫੁੱਲੀ ਵੈਕਸੀਨੇਟਿਡ ਨੇ ਔਰ ਏਅਰ ਟਰੈਵਲਰਸ ਨੇ, ਉਹਨਾਂ ਨੂੰ ਹੁਣ 3 ਦਿਨਾਂ ਵਾਸਤੇ ਹੋਟਲ ਦੇ ਵਿੱਚ ਜਿਹੜੇ ਵੀ ਸਰਕਾਰ ਵੱਲੋਂ ਆਥੋਰਾਈਜ਼ਡ ਹੋਟਲ ਸੀਗੇ ਉੱਥੇ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਹੋਏਗੀ। ਉਹ ਆਪਣੇ ਘਰਾਂ ਦੇ ਵਿੱਚ ਆਈਸੋਲੇਟ ਕਰ ਸਕਦੇ ਨੇ
3 ਦਿਨਾਂ ਤੱਕ, ਜਦੋਂ ਤੱਕ ਕਿ ਉਹਨਾਂ ਦਾ ਟੈਸਟ ਦਾ ਰਿਜ਼ਲਟ ਨੈਗੇਟਿਵ ਨਹੀਂ ਆ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਆਈਸੋਲੇਸ਼ਨ ਕਰਨ ਦੀ ਲੋੜ ਨਹੀਂ ਰਹੇਗੀ। ਔਰ ਕੇਸਿਸ ਜਿਸ ਤਰ੍ਹਾਂ ਘਟ ਰਹੇ ਨੇ, ਹਾਲਾਂਕਿ ਡੈਥ ਕਾਊਂਟਸ ਥੋੜਾ ਹੋਰ ਵੱਧ ਰਹੇ ਨੇ, ਕਿਉਂਕਿ ਜਦੋਂ ਕਿਸੇ ਨੂੰ ਲਾਈਫ ਸੇਵਿੰਗ ਮਕੈਨੀਕਲ ਸਪੋਰਟ ਵਗੈਰਾ ਇਸ ਤਰ੍ਹਾਂ ਦਾ ਚਾਹੀਦਾ ਹੁੰਦਾ, ਉਸ ਤੋਂ ਬਾਅਦ ਜਿਹੜੇ ਚਾਂਸਸ ਬਚਣ ਦੇ ਘੱਟ ਰਹਿੰਦੇ ਨੇ ਕੋਵਿਡ ਕਰਕੇ। ਪਰ ਕੇਸਿਸ ਦੀ ਗਿਣਤੀ ਘਟ ਰਹੀ ਹੈ ਔਰ ਇਸ ਕਰਕੇ ਹੁਣ ਜਿਹੜਾ ਹੈ ਟਰੈਵਲ ਨੂੰ ਈਜ਼ੀ ਬਣਾਇਆ ਜਾ ਰਿਹਾ ਹੈ ਕੈਨੇਡਾ ਔਰ ਯੂਨਾਈਟਿਡ ਸਟੇਟਸ ਦੇ ਵਿੱਚ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਫੁੱਲੀ ਵੈਕਸੀਨੇਟਿਡ ਹੈਗੇ ਆ। ਔਰ ਇੱਕ ਲੰਬਾ ਗ੍ਰੈਜੂਅਲ ਪ੍ਰੋਸੈਸ ਹੋਏਗਾ, ਪਰ ਪਹਿਲੇ ਸਟੈਪਸ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਜਿਹੜੀ ਬਾਰਡਰ ਕ੍ਰੋਸਿੰਗ ਹੈ ਲੋਕਾਂ ਵਾਸਤੇ ਜਿਹੜੇ ਫੁੱਲੀ ਇਮਿਊਨਾਈਜ਼ਡ ਨੇ ਉਹ ਈਜ਼ੀ ਬਣਾਇਆ ਜਾਏ। ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਸ ਗੱਲ ਦਾ ਬਿਲਕੁਲ ਕਲੀਅਰ ਕੋਈ ਹਿੰਟ ਨਹੀਂ ਦਿੱਤਾ ਹੈ ਕਿ ਬਾਰਡਰ ਰੈਸਟ੍ਰਿਕਸ਼ਨਸ ਕਦੋਂ ਜਿਹੜੀਆਂ ਈਜ਼ ਆਊਟ ਕਰ ਦਿੱਤੀਆਂ ਜਾਣਗੀਆਂ, ਪਰ ਉਹਨਾਂ ਨੇ ਇੰਨਾ ਜ਼ਰੂਰ ਇਸ਼ਾਰਾ ਕੀਤਾ ਹੈ ਕਿ ਬੜੀ ਜਲਦੀ ਹੀ ਉਸ ਨੂੰ ਈਜ਼ ਆਊਟ ਕਰ ਦਿੱਤਾ ਜਾਏਗਾ। ਔਰ ਕੈਨੇਡਾ US ਟਰੈਵਲ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਹੁਣ 2 ਹਫ਼ਤਿਆਂ ਦੇ ਵਿੱਚ ਐਕਸਪਾਇਰ ਹੋਣ ਵਾਲੀਆਂ ਹੈ, ਪਰ 30 ਦਿਨਾਂ ਦਾ ਰਿਨਿਊਅਲ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਦੁਬਾਰਾ ਕਰ ਦਿੱਤਾ ਜਾਏ, ਪਰ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ ਹੋ ਸਕਦਾ ਹੈ 21 ਜੂਨ ਤੋਂ ਬਾਅਦ ਕੁਝ ਚੇਂਜਸ ਜਿਹੜੀਆਂ ਅਸੀਂ ਲਿਆਈਏ ਤੇ ਹੋ ਸਕਦਾ ਹੈ 22 ਜੂਨ ਤੋਂ ਇਹ ਜਿਹੜੇ ਬਾਰਡਰ ਰੈਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਉਹ ਈਜ਼ ਡਾਊਨ ਕਰ ਦਿੱਤੀਆਂ ਜਾਣਗੀਆਂ। प्रोग्राम च मेरे वालों भी आप सब का स्वागत है। मेरे वालों भी आप सब नूं गुड आफ्टरनून। और डिक्सी ट्रक फोर्कलिफ्ट ड्राइविंग स्कूल के सहयोग नाल प्रोग्राम तुहाडे लई पेश कर रहे हैं। बड़ा पुराना और बड़ा ही रिप्यूटेड स्कूल है साडी कम्यूनिटी का। दर्शन मान हो रही आप भी बड़े मन्ने परमन्ने इंस्ट्रक्टर ते नाले बड़ी वधिया टीम है इंस्ट्रक्टर्स की। नर्वस ਜਾਂ ਨਵੇਂ ਡਰਾਈਵਰ ਵਾਸਤੇ ਸਪੈਸ਼ਲ ਟ੍ਰੇਨਿੰਗ ਦਾ ਪ੍ਰਬੰਧ ਕਰਦੇ ਆ। $4500 ਦੇ ਵਿੱਚ ਟਰੱਕ ਦਾ ਲਾਇਸੈਂਸ ਲੈਣਾ ਹੋਵੇ, ਦਰਸ਼ਨ ਮਾਨ ਨਾਲ ਕਰੋ ਗੱਲ। ਇਹ 2 ਰੋਡ ਟੈਸਟ ਇਨਕਲੂਡ ਕਰ ਦੇਣਗੇ, 905 452 3633 ਜਾਂ ਫਿਰ 416 629 4454 ਦੇ ਉੱਤੇ ਡਿਕਸੀ ਟਰੱਕ ਫੋਰਕਲਿਫਟ ਡਰਾਈਵਿੰਗ ਸਕੂਲ ਨਾਲ ਸੰਪਰਕ ਕਰੋ। ਜੌਬ ਦਾ ਅਰੇਂਜਮੈਂਟ ਵੀ ਇਹ ਤੁਹਾਨੂੰ ਕਰ ਦਿੰਦੇ ਆ ਤੇ ਨਾਲੇ 에ਅਰ ਬ੍ਰੇਕ ਦੀਆਂ ਕਲਾਸਾਂ ਵੀ ਹਰ ਵੀਕਐਂਡ ਤੇ ਲਗਾਉਂਦੇ ਆ। ਲੰਡਨ ਤੋਂ ਜਿਹੜੀ ਖਬਰ ਆਈ ਹੋਈ ਹੈ, ਬੜੀ ਹੀ ਚਿੰਤਾਜਨਕ ਖਬਰ। ਕਿਸ ਤਰੀਕੇ ਦੇ ਨਾਲ ਇੱਕ 20 ਸਾਲ ਦੇ ਇੱਕ ਇਸ ਗੋਰੇ ਨੇ ਕੁਚਲ ਦਿੱਤਾ ਇੱਕ ਪਰਿਵਾਰ ਨੂੰ। ਔਰ ਇੱਕ ਲੇਡੀ ਹੈ ਜਿਹੜੀ ਨਰਸ ਹੈ ਉੱਥੇ ਲੰਡਨ ਦੇ ਵਿੱਚ, ਉਹ ਆਪ ਤੇ ਨੇਟਿਵ ਕੈਨੇਡੀਅਨ ਹੈ, ਫਸਟ ਨੇਸ਼ਨ ਤੋਂ ਹੈ, ਘਰ ਵਾਲਾ ਜਮੈਕਨ ਹੈ। ਔਰ ਉਸਦਾ ਕਹਿਣਾ ਸੀਗਾ ਕਿ ਸਾਡੇ ਬੱਚੇ ਤੇ ਇੰਟਰਰੇਸ਼ੀਅਲ ਹਨ। ਹੁਣ ਘਰ ਵਾਲਾ ਜਮੈਕਨ ਹੋਵੇ, ਜਨਾਨੀ ਮੂਲ ਵਾਸੀ ਹੋਵੇ ਕੈਨੇਡਾ ਦੀ, ਉਹ ਕਹਿੰਦੀ ਅਸੀਂ ਹੁਣ ਆਪਣੇ ਬੱਚਿਆਂ ਨੂੰ ਕੀ ਦੱਸੀਏ ਕਿ ਕੀ ਪਹਿਚਾਣ ਹੈ ਉਹਨਾਂ ਦੀ ਇਸ ਮੁਲਕ ਦੇ ਵਿੱਚ ਜਿੱਥੇ ਹਰ ਇੱਕ ਧਰਮ ਨੂੰ, ਮਜ਼ਹਬ ਨੂੰ, ਰੇਸ ਨੂੰ, ਸਭ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੈ, ਵੈਲਕਮ ਹੈ। ਵੈਸੇ ਦੇਖਿਆ ਜਾਵੇ ਤੇ ਇਹ ਜਿਹੜੀ ਔਰਤ ਇਹ ਆਪ ਮੂਲ ਕੈਨੇਡੀਅਨ ਵਾਸੀ ਹੈ, ਉਹਦੇ ਲਈ ਤਾਂ ਸਾਰੇ ਲੋਕ ਬਾਹਰੋਂ ਆਏ ਹੋਏ ਨਾ। ਜੇ ਗੋਰੇ ਆਏ ਇੱਥੇ ਹਮਲਾ ਕੀਤਾ, ਆ ਕੇ ਕਬਜ਼ੇ ਕਰ ਲਏ ਇੱਥੋਂ ਦੀ ਜ਼ਮੀਨ ਦੇ ਉੱਤੇ, ਤੇ ਉਹਨਾਂ ਲੋਕਾਂ ਦਾ ਹੁਣ ਜਿਹੜੇ ਨੇਟਿਵ ਕੈਨੇਡੀਅਨ ਆ ਉਹ ਫਿਰ ਇਹਨਾਂ ਦਾ ਕੀ ਕਹਿਣ। ਤੇ ਜੇ ਕੋਈ ਗੋਰਾ ਇਹ ਸਮਝਦਾ ਕਿ ਮੇਰਾ ਇਹ ਮੁਲਕ ਹੈ, ਬਾਹਰੋਂ ਆਏ ਲੋਕਾਂ ਦਾ ਮੁਲਕ ਨਹੀਂ ਹੈ, ਤਾਂ ਉਸ ਤੋਂ ਵੱਡਾ ਬੇਵਕੂਫ ਕੌਣ ਹੋ ਸਕਦਾ ਹੈ, ਮੂਰਖ ਕੌਣ ਹੋ ਸਕਦਾ ਹੈ। ਔਰ ਇਸ ਬੰਦੇ ਨੇ ਤੇ ਹੱਦ ਹੀ ਕਰਤੀ ਕਿ ਹੱਸਦੇ ਬਸਦੇ ਪਰਿਵਾਰ ਨੂੰ ਖ਼ਤਮ ਕਰਕੇ ਰੱਖ ਦਿੱਤਾ ਪਲ ਛਿਨ ਦੇ ਵਿੱਚ। ਕੋਈ ਕਸੂਰ ਨਹੀਂ, ਸਿਰਫ ਇਹ ਕਿ ਉਹ ਮੁਸਲਮਾਨ ਨੇ, ਉਹ ਸੜਕ ਤੇ ਖੜੇ ਹੈ। ਤਾਂ ਇਹਦੇ ਬਾਰੇ ਕਾਫੀ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਇਸ ਬੰਦੇ ਦੇ ਬਾਰੇ, ਉਹ ਤੁਹਾਡੇ ਨਾਲ ਅਸੀਂ ਥੋੜ੍ਹੀ ਦੇਰ 'ਚ ਸ਼ੇਅਰ ਕਰਾਂਗੇ ਸਾਰੀ ਜਾਣਕਾਰੀ। ਤਾਂ ਤੁਹਾਨੂੰ ਅਸੀਂ ਬਾਰ-ਬਾਰ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਹੜੇ ਵੀ ਮੁਲਕ ਤੋਂ ਆਏ ਹੋ, ਪਲੀਜ਼ ਆਪਣਾ ਧਰਮ, ਤੁਹਾਡਾ ਜੋ ਵੀ ਮਜ਼ਹਬ ਹੈ, ਜੋ ਤੁਹਾਡੀ ਧਾਰਮਿਕ ਮਾਨਤਾ ਹੈ, ਉਸ ਨੂੰ ਆਪਣੇ ਤੱਕ ਸੀਮਤ ਰੱਖੋ। ਨਾ ਤੇ ਦੂਸਰਿਆਂ 'ਤੇ ਥੋਪੋ ਤੇ ਨਾ ਉਹਨੂੰ ਇੱਥੇ ਲਿਆ ਕੇ ਲੜਾਈ ਦਾ ਕਾਰਨ ਬਣਾਓ। ਬੜਾ ਖੂਬਸੂਰਤ ਮੁਲਕ ਹੈ ਔਰ ਇਸ ਮੁਲਕ ਨੂੰ ਖੂਬਸੂਰਤ ਰਹਿਣ ਦਈਏ, ਇਹ ਮੇਰੀ ਬੇਨਤੀ ਹੈ। ਤਾਂ ਤੁਹਾਨੂੰ ਅਸੀਂ ਬਾਰ-ਬਾਰ ਇੱਕੋ ਹੀ ਗੱਲ ਕਰਦੇ ਹੁੰਦੇ ਹਾਂ। ਤੁਸੀਂ ਦੇਖੋ, ਅਸੀਂ ਤਾਂ ਸਵੇਰੇ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ, ਦੁਪਹਿਰੀ ਪ੍ਰੋਗਰਾਮ ਸ਼ੁਰੂਆਤ ਕਰਦੇ, ਅਸੀਂ ਕਹਿੰਦੇ ਹਾਂ ਤੁਹਾਨੂੰ ਹਰ ਤਰ੍ਹਾਂ ਸੰਬੋਧਨ ਕਰਦੇ ਹਾਂ, ਹਰ ਧਰਮ ਦਾ ਅਸੀਂ ਬਰਾਬਰ ਦਾ ਸਤਿਕਾਰ ਕਰਦੇ ਹਾਂ। ਤਾਂ ਧਰਮ ਇੱਕ ਨਿੱਜੀ ਮਾਮਲਾ ਹੈ ਔਰ ਜਦੋਂ ਇਹ ਨਫ਼ਰਤ ਵੱਧ ਜਾਏ ਤਾਂ ਕਿੰਨਾ ਕੁ ਨੁਕਸਾਨ ਇਹ ਧਾਰਮਿਕ ਨਫ਼ਰਤ ਜਿਹੜੀ ਕਰ ਸਕਦੀ ਹੈ ਉਹ ਤੁਹਾਡੇ ਸਾਹਮਣੇ ਹੈ। ਤਾਂ ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਪਲੱਸ ਦੇ ਨਾਲ। ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. ਕੈਨੇਡਾ ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, ਸੋ beware of copycats.
Hi, I'm Karan Daliwal, your mortgage broker. See what happened to my clients when I get their mortgage approved. The best mortgage rate excitement. And of course, debt consultation. Well, I'm just doing my job. I don't know why these exy dances keeps happening. मैं अभय माथुर, नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कॉन्टैक्ट करें और मेरा नंबर है 9059783788। ਕੁੱਕ ਚਾਹੀਦੇ ਹੈ, ਹਲਵਾਈ ਚਾਹੀਦੇ ਹੈ, ਹੈਲਪਰ ਚਾਹੀਦੇ ਹੈ। ਤੋ ਜੇ ਤੁਹਾਨੂੰ ਨੌਕਰੀ ਚਾਹੀਦੀ ਹੈ ਤੇ ਪਲੀਜ਼ ਧਿਆਨ ਨਾਲ ਸੁਣੋ। ਇੱਕ ਤਾਂ ਇਹਨਾਂ ਨੂੰ ਚਾਹੀਦਾ ਕੁੱਕ ਜਿਹੜਾ ਸਬਜ਼ੀਆਂ ਬਣਾ ਸਕੇ, ਖਾਣਾ ਬਣਾ ਸਕੇ, ਨਾਨ ਔਰ ਇਸ ਤਰ੍ਹਾਂ ਦਾ ਸਮਾਨ ਤਿਆਰ ਕਰ ਸਕੇ। ਦੋ ਚਾਹੀਦੇ ਇਹਨਾਂ ਨੂੰ ਹਲਵਾਈ ਮਿਠਾਈਆਂ ਬਣਾਉਣ ਲਈ, ਅਤੇ ਇਹਨਾਂ ਨੂੰ 5 ਹੈਲਪਰ ਚਾਹੀਦੇ ਆ ਜਿਹੜੇ ਹਲਵਾਈਆਂ ਨੂੰ, ਕੁੱਕ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਫੈਕਟਰੀ ਦੇ ਕੰਮਾਂ ਵਿੱਚ ਹੈਲਪ ਕਰ ਸਕਣ। ਤੁਹਾਨੂੰ ਅਸੀਂ ਨੰਬਰ ਦੇ ਦਿੰਦੇ ਹਾਂ, ਤੁਸੀਂ ਜੋਬ ਲਈ ਅਪਲਾਈ ਕਰੋ। 416 213 1165 ਇਹਨਾਂ ਦਾ ਮੇਨ ਨੰਬਰ ਹੈ। ਔਰ ਤੁਸੀਂ ਨਿਤਿਨ ਦੇ ਨਾਲ ਕਰਨੀ ਹੈ ਇੱਥੇ ਗੱਲ। 315 ਹੈ ਐਕਸਟੈਂਸ਼ਨ ਨੰਬਰ। ਮੈਂ ਨੰਬਰ ਫਿਰ ਬੋਲ ਦਿੰਦਾ, 4162131165 ਸਮੋਸਾ ਸਵੀਟ ਫੈਕਟਰੀ ਦਾ फ़ोन ਨੰਬਰ ਹੈ। ਔਰ ਨਿਤਿਨ ਨਾਲ ਕਰੋ ਗੱਲ। 315 ਹੈ ਐਕਸਟੈਂਸ਼ਨ ਨੰਬਰ। ਅਤੇ ਜੇ ਤੁਹਾਨੂੰ ਚਾਹੀਦੀ ਹੈ ਮੌਰਗੇਜ, ਪ੍ਰਾਪਰਟੀ ਤੁਸੀਂ ਲੈ ਰਹੀ ਹੈ ਲੇਕਿਨ ਮੌਰਗੇਜ ਦਾ ਪ੍ਰਬੰਧ ਨਹੀਂ ਹੋ ਰਿਹਾ, ਮੌਰਗੇਜ ਸੈਂਟਰ ਦੇ ਭੁਪਿੰਦਰ ਗਰੇਵਾਲ ਨਾਲ ਗੱਲ ਕਰ ਲਓ। ਇਨਵੈਸਟਮੈਂਟ ਪ੍ਰਾਪਰਟੀ ਦੇ ਵਾਸਤੇ ਜਿੰਨੀ ਵੀ ਚਾਹੀਦੀ ਹੈ ਮੌਰਗੇਜ ਹੋ ਜਾਏਗੀ ਅਰੇਂਜ। ਫਸਟ ਟਾਈਮ ਹੋਮ ਬਾਇਰ ਦੇ ਲਈ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਬਹੁਤ ਸਾਰੇ ਬੈਨੀਫਿਟ, ਲੈ ਕੇ ਦੇਣਗੇ ਭੁਪਿੰਦਰ ਗਰੇਵਾਲ। 5 ਤੋਂ 10% ਡਾਊਨ ਦੇਵੋ ਅਤੇ ਤੁਹਾਡਾ ਕੰਮ ਹੋ ਜਾਏਗਾ ਮੌਰਗੇਜ ਦਾ। ਔਰ ਇਹਦੇ ਨਾਲ ਨਾਲ ਲੱਖ 2 ਲੱਖ ਡਾਲਰ, ਮਿਲੀਅਨ 2 ਮਿਲੀਅਨ ਦੀ ਲੋੜ ਪੈ ਜਾਏ, ਫੰਡਸ ਦੀ ਹਰ ਵੇਲੇ ਅਵੇਲੇਬਿਲਿਟੀ ਹੁੰਦੀ ਹੈ ਭੁਪਿੰਦਰ ਗਰੇਵਾਲ ਕੋਲ। 647 866 9905 6478669905 ਹੈ फ़ोन नंबर। प्रवासी प्लस और जिस तरह से ਤੁਹਾਨੂੰ ਦੱਸਿਆ ਹੈ ਕਿ ਹੌਲੀ ਹੌਲੀ ਜਿਹੜੀ ਰੀਓਪਨਿੰਗ ਹੋ ਰਹੀ ਹੈ ਔਰ ਹੋਣ ਵਾਲੀ ਹੈ ਫਰਾਈਡੇ ਤੋਂ। ਫੀਲਡ ਦੇ ਜਿਹੜੇ ਟੌਪ ਡਾਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਡੈਲਟਾ ਵਾਇਰਨ ਹੈ, ਡੈਲਟਾ ਵੇਰੀਐਂਟ ਜਿਹੜਾ ਹੈਗਾ ਹੈ ਇੰਡੀਆ ਦਾ ਜਿਹੜਾ ਵਾਇਰਸ ਆਇਆ ਹੈ ਉਹ ਬਹੁਤ ਜ਼ਿਆਦਾ ਉਹ ਇਸ ਵੇਲੇ ਫੈਲ ਰਿਹਾ ਹੈ। ਔਰ ਇਸ ਕਰਕੇ ਸਾਨੂੰ ਵੱਡੀਆਂ ਜਿਹੜੀਆਂ ਗੈਦਰਿੰਗਸ ਹੈ ਉਸ ਤੋਂ ਹਜੇ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿ ਹਾਲਾਂਕਿ ਕਾਫੀ ਸਾਰੀ ਪੋਜ਼ਿਟਿਵ ਸਾਨੂੰ ਫੀਡਬੈਕ ਇਸ ਵੇਲੇ ਮਿਲ ਰਹੀ ਹੈ ਕਿਉਂਕਿ ਵੈਕਸੀਨੇਸ਼ਨਸ ਥੋੜੀ ਕਰਕੇ ਲੱਗ ਰਹੀਆਂ ਨੇ ਔਰ ਕਾਫੀ ਹੱਦ ਤੱਕ ਵੈਕਸੀਨੇਸ਼ਨ ਹੋ ਚੁੱਕੀ ਹੈ, ਕੇਸਿਸ ਘਟ ਰਹੇ ਨੇ। ਪਰ ਫਿਰ ਵੀ ਜਿਹੜਾ ਡੈਲਟਾ ਵੇਰੀਐਂਟ ਹੈ ਇਹ ਇੱਕ ਪ੍ਰੀਡੋਮੀਨੈਂਟ ਸਟ੍ਰੇਨ ਬਣਦਾ ਜਾ ਰਿਹਾ ਹੈ ਹੁਣ ਓਨਟਾਰੀਓ ਵਿੱਚ ਖਾਸ ਕਰਕੇ। ਔਰ ਇਸ ਕਰਕੇ ਡਾਕਟਰ ਲਾਰੈਂਸ ਲੋ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਵਿੱਚ ਖਾਸ ਕਰਕੇ ਪੋਜ਼ਿਟਿਵਿਟੀ ਰੇਟ ਜਿਹੜਾ ਹੈ ਬਹੁਤ ਦੇਰ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਪਿਛਲੇ ਸਾਲ ਤੋਂ ਹੀ। ਔਰ ਹੁਣ ਹਾਲਾਂਕਿ ਲੋਅਸਟ ਦੇਖਿਆ ਗਿਆ ਹੈ 7% ਪੋਜ਼ਿਟਿਵਿਟੀ ਰੇਟ ਜਿਹੜਾ ਹੈ ਇਸ ਵੇਲੇ ਬਰੈਂਪਟਨ ਦੇ ਵਿੱਚ ਦੇਖਿਆ ਗਿਆ ਹੈ, ਜਦਕਿ ਪੂਰੇ ਓਨਟਾਰੀਓ ਦੇ ਵਿੱਚ 2% ਹੈ, ਬਰੈਂਪਟਨ ਦਾ ਹੈਗਾ 7%। ਪਰ ਫਿਰ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵੈਕਸੀਨ ਐਫਰਟਸ ਸੀਗੀਆਂ ਬਹੁਤ ਜ਼ਿਆਦਾ ਇੰਪ੍ਰੈਸਿਵ ਹੈ। ਤਕਰੀਬਨ ਬਹੁਤੇ ਅਡਲਟਸ ਨੂੰ ਇੱਕ ਡੋਜ਼ ਜਿਹੜੀ ਹੈ ਵੈਕਸੀਨ ਦੀ ਜਿਹੜੀ ਆਲਰੇਡੀ ਲੱਗ ਚੁੱਕੀ ਹੈ। ਪਰ ਸਾਨੂੰ ਫਿਰ ਵੀ ਥੋੜਾ ਜਿੰਨਾ ਆਪਟਿਮਿਸਟਿਕ ਹੋਣਾ ਚਾਹੀਦਾ ਹੈ, ਪਰ ਸਾਨੂੰ ਫਿਰ ਵੀ ਜਿਹੜਾ ਇਹਤਿਆਤ ਜ਼ਰੂਰ ਵਰਤਣਾ ਚਾਹੀਦਾ ਹੈ ਇਸ ਤੋਂ ਪਹਿਲੇ ਕਿ ਅਸੀਂ ਪੂਰੀ ਤਰ੍ਹਾਂ ਨਾਲ ਖੁੱਲੀ ਛੁੱਟੀ ਨਾਲ ਇੰਜੋਏ ਕਰਨਾ ਸ਼ੁਰੂ ਕਰ ਦਈਏ। ਕਿਉਂਕਿ ਜਿਹੜਾ ਇਹ ਨਵਾਂ ਸਟ੍ਰੇਨ ਹੈਗਾ ਹੈ ਡੈਲਟਾ ਵੇਰੀਐਂਟ ਦਾ, ਇਹ ਵੀ ਜ਼ਿਆਦਾਤਰ ਬਰੈਂਪਟਨ ਦੇ ਵਿੱਚ ਦੇਖਿਆ ਜਾ ਰਿਹਾ ਹੈ, ਪੀਲ ਰੀਜਨ ਦੇ ਵਿੱਚ ਦੇਖਿਆ ਜਾ ਰਿਹਾ ਹੈ। ਪੀਲ ਰੀਜਨ ਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਸਟ੍ਰੇਨ ਜਿਹੜਾ ਹੈ ਬਰੈਂਪਟਨ ਦੇ ਵਿੱਚ ਦੇਖਿਆ ਜਾ ਰਿਹਾ ਹੈ। 7% ਪੋਜ਼ਿਟਿਵਿਟੀ ਰੇਟ ਹਜੇ ਵੀ ਬਰੈਂਪਟਨ ਦਾ ਚੱਲ ਰਿਹਾ ਹੈ। ਔਰ ਸਟ੍ਰੇਨ ਹੈ ਜਿਹੜਾ ਡੈਲਟਾ ਵਾਇਰਸ ਵੇਰੀਐਂਟ ਜਿਹੜਾ ਹੈਗਾ ਇਹ ਬੜੀ ਜਲਦੀ ਫੈਲਦਾ ਹੈ। ਔਰ ਤੁਹਾਨੂੰ ਵੀ ਸਮਰ ਸਾਰਿਆਂ ਨੂੰ ਪਸੰਦ ਹੈ, ਸਾਰੇ ਕੈਨੇਡੀਅਨਸ ਜਿਹੜੇ ਹੈ ਤਕਰੀਬਨ ਪੂਰਾ ਸਾਲ ਇੰਤਜ਼ਾਰ ਕਰਦੇ ਨੇ ਕਿ ਸਮਰ ਦੇ ਮਹੀਨੇ ਕਦੋਂ ਆਉਣ, ਜਦੋਂ ਇਹ ਵਾਰਮ ਨਾਈਟਸ ਹੋਣ ਔਰ ਦਿਨ ਵੱਡੇ ਹੁੰਦੇ ਆ, ਤੁਸੀਂ ਬਾਹਰ ਦੇ ਵੈਦਰ ਨੂੰ ਜਿਹੜਾ ਇੰਜੋਏ ਕਰ ਸਕਦੇ ਹੋ। ਪਰ ਫਿਰ ਵੀ ਹਜੇ ਥੋੜਾ ਜਿੰਨਾ ਪੇਸ਼ੈਂਟ ਹੋਣ ਦੀ ਲੋੜ ਹੈ, ਇਸ ਕਰਕੇ ਵੱਡੀਆਂ ਗੈਦਰਿੰਗਸ ਨਾ ਕੀਤੀਆਂ ਜਾਣ ਤਾਂ ਕਿ ਪੂਰੀ ਤਰ੍ਹਾਂ ਨਾਲ ਇਸ ਵਾਇਰਸ ਦੇ ਉੱਪਰ ਅਸੀਂ ਕਾਬੂ ਪਾ ਲਈਏ। ਔਰ ਜਦੋਂ ਪਹਿਲੀ ਡੋਜ਼ ਲੱਗੀ ਹੁੰਦੀ ਹੈ ਵੈਕਸੀਨ ਦੀ ਤਾਂ ਉਸ ਤੋਂ ਜਿਹੜਾ ਡੇਲਟਾ ਵੇਰੀਐਂਟ ਹੈ ਉਸ ਤੋਂ ਸਿਰਫ 33
ਤੋਂ ਲੈ ਕੇ 50% ਤੱਕ ਦੀ ਪ੍ਰੋਟੈਕਸ਼ਨ ਤੁਹਾਨੂੰ ਮਿਲਦੀ ਹੈ। ਪੂਰੀ ਪ੍ਰੋਟੈਕਸ਼ਨ ਨਹੀਂ ਮਿਲਦੀ, ਕਈ ਲੋਕਾਂ ਨੂੰ 33% ਤੱਕ ਮਿਲਦੀ ਹੈ, 33 ਤੋਂ ਲੈ ਕੇ 50% ਤੱਕ। ਔਰ ਜਦੋਂ ਤੱਕ ਕਿ ਦੋਨੋਂ ਇੰਜੈਕਸ਼ਨਸ ਨਹੀਂ ਲੱਗ ਜਾਣ ਔਰ ਉਸ ਤੋਂ ਬਾਅਦ ਵੀ 2-3 ਹਫ਼ਤੇ ਨਾ ਹੋ ਜਾਣ, ਉਦੋਂ ਤੱਕ ਤੁਹਾਨੂੰ ਥੋੜਾ ਜਿਹਾ ਹੋਰ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਡਾਕਟਰ ਐਂਥਨੀ ਫੌਸੀ ਉਹਨਾਂ ਨੇ ਵੀ ਅਮਰੀਕਾ ਦੇ ਵਿੱਚ ਕਿਹਾ ਹੈ ਕਿ ਇੱਥੇ ਵੀ ਡੈਲਟਾ ਵੇਰੀਐਂਟ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਪਹਿਲੀ ਵੈਕਸੀਨ ਤੋਂ ਹਜੇ ਸਿਰਫ 33% ਤੱਕ ਜਿਹੜੀ ਹੈ ਤੁਹਾਨੂੰ ਇਮਿਊਨਿਟੀ ਮਿਲਦੀ ਹੈ। ਤੇ ਜਦੋਂ ਤੱਕ 2 ਡੋਜ਼ਿਸ ਵੈਕਸੀਨ ਦੀਆਂ ਨਹੀਂ ਲੱਗ ਜਾਂਦੀ, ਭਾਵੇਂ ਫਾਈਜ਼ਰ ਹੈ ਭਾਵੇਂ ਐਸਟਰਾਜ਼ੇਨੇਕਾ ਹੈਗਾ, ਕੋਈ ਵੀ ਹੈ, ਉਸ ਤੋਂ ਉਦੋਂ ਤੱਕ ਜਿਹੜੀ ਹੈ ਡੈਲਟਾ ਤੋਂ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ। ਤੇ ਇਸ ਕਰਕੇ ਤੁਸੀਂ ਆਪਣਾ ਹਜੇ ਵੀ ਬਚਾਅ ਰੱਖਣਾ ਹੈ। ਔਰ ਜੇ ਗੱਲ ਕਰੀਏ ਅਮਰੀਕਾ ਦੀ, ਬਹੁਤ ਐਡਵਾਂਸ ਚੱਲ ਰਿਹਾ ਅਮਰੀਕਾ। 42% ਲੋਕਾਂ ਨੂੰ ਦੋਨੋਂ ਡੋਜ਼ਿਸ ਉੱਥੇ ਲੱਗ ਚੁੱਕੀਆਂ। ਕੈਨੇਡਾ 'ਚ ਹਜੇ ਸਿਰਫ 8% ਲੋਕਾਂ ਨੂੰ ਹੀ ਦੋਨੋਂ ਡੋਜ਼ਿਸ ਲੱਗੀਆਂ। ਅੰਟਾਰੀਓ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ 10% ਦੋਨੋਂ ਡੋਜ਼ਿਸ ਲੱਗੀਆਂ। ਲੇਕਿਨ ਇਹ ਗੱਲ ਠੀਕ ਹੈ ਕਿ ਅੰਟਾਰੀਓ 'ਚ ਹੁਣ ਇੱਕ ਡੋਜ਼ 70% ਤੋਂ ਵੱਧ ਲੋਕਾਂ ਨੂੰ ਲੱਗ ਚੁੱਕੀ ਹੈ। 10.5 ਮਿਲੀਅਨ ਲੋਕਾਂ ਨੂੰ ਹੁਣ ਤੱਕ ਵੈਕਸੀਨ ਜਿਹੜੇ ਹੈ ਡੋਜ਼ ਜਿਹੜੀਆਂ ਇੱਥੇ ਲੱਗੀਆਂ ਅੰਟਾਰੀਓ ਦੇ ਵਿੱਚ। ਤੇ ਜੇ ਗੱਲ ਕਰੀਏ ਪੀਲ ਦੀ, ਕੱਲ੍ਹ ਵੀ ਤੁਹਾਨੂੰ ਦੱਸਿਆ ਸੀ 100 ਤੋਂ ਘੱਟ ਕੇਸ ਆਏ ਹੈ 8 ਮਹੀਨੇ ਤੋਂ ਬਾਅਦ, ਔਰ ਅੱਜ ਵੀ 100 ਤੋਂ ਘੱਟ ਕੇਸ ਆਏ ਹੈ ਪੀਲ ਦੇ ਵਿੱਚ। ਔਰ ਅੱਜ ਖੁਸ਼ੀ ਦੀ ਗੱਲ ਇੱਕ ਹੋਰ ਕਿ ਅੱਜ ਟੋਰਾਂਟੋ 'ਚ ਵੀ 100 ਤੋਂ ਘੱਟ ਕੇਸ ਆਇਆ, ਡਬਲ ਡਿਜਿਟਸ ਕੇਸ ਹੁਣ ਟੋਰਾਂਟੋ 'ਚ ਵੀ ਆ ਗਏ ਹੈ। ਇਹ ਸਾਰਾ ਕੁਝ ਜਿਹੜਾ ਟ੍ਰੈਂਡ ਚੰਗਾ ਹੈ, ਵੈਲਕਮ ਹੈ ਇਸ ਦਾ ਕਿ ਇਹ ਅੱਛਾ ਟ੍ਰੈਂਡ ਹੈ। ਪਰ ਜਿਸ ਤਰ੍ਹਾਂ ਕਿਹਾ ਹੁਣੇ ਮੀਨਾਕਸ਼ੀ ਹੋਰਾਂ ਨੇ ਕਿ ਜੇ ਢਿੱਲ ਵਰਤੋਗੇ ਤੇ ਉਹਦਾ ਖਮਿਆਜ਼ਾ ਫਿਰ ਦੁਬਾਰਾ ਤੋਂ ਭੁਗਤੋਗੇ। ਔਰ ਦੇਖ ਹੀ ਲਿਆ ਅਸੀਂ ਪਹਿਲੀ, ਦੂਜੀ, ਤੀਜੀ ਵੇਵ ਦੇ ਦੌਰਾਨ ਕਿੰਨੀਆਂ ਜਾਨਾਂ ਜਿਹੜੀਆਂ ਅਸੀਂ ਗਵਾਈਆਂ। ਔਰ ਇਹਦੇ ਬੜੇ ਲੌਂਗ ਲਾਸਟਿੰਗ ਇਫੈਕਟਸ ਹੋ ਰਹੇ ਆ ਡੈਲਟਾ ਦੇ। ਕਈਆਂ ਲੋਕਾਂ ਨੂੰ ਸੁਣਨ ਦੀ ਸ਼ਕਤੀ ਜਾ ਰਹੀ ਹੈ। ਇੱਕ ਨਵੀਂ ਪ੍ਰੋਬਲਮ ਨਜ਼ਰ ਆ ਰਹੀ ਹੈ ਕਿ ਡੈਲਟਾ ਜਿਹੜਾ ਵਾਇਰਸ ਹੈ, ਵੇਰੀਐਂਟ ਵਾਇਰਸ ਹੈ, ਇਹਦੇ ਨਾਲ ਲੋਕਾਂ ਨੂੰ ਜਿਹਨਾਂ ਨੂੰ ਹੁੰਦਾ ਕਈ ਵਾਰੀ ਸੁਣਨ ਦੀ ਸ਼ਕਤੀ ਚਲੀ ਜਾਂਦੀ ਹੈ। ਤਾਂ ਇਸ ਕਰਕੇ ਇਹਨੂੰ ਹਲਕੇ 'ਚ ਨਾ ਲਵੋ, ਇਹ ਬਹੁਤ ਹੀ ਸੀਰੀਅਸ ਪ੍ਰੋਬਲਮ ਹੈ। ਜੁੜੇ ਹੋਏ ਹੋ ਤੁਸੀਂ ਪ੍ਰਵਾਸੀ ਪਲੱਸ ਪ੍ਰੋਗਰਾਮ ਦੇ ਨਾਲ, ਔਰ ਰਾਤ ਨੂੰ 8 ਵਜੇ ਤੁਹਾਡੇ ਲਈ ਅਸੀਂ ਇਹ ਸਾਰੀਆਂ ਖਬਰਾਂ ਮੁੜ ਤੋਂ ਵੀ ਪੇਸ਼ ਕਰਦੇ ਹੁੰਦੇ ਹਾਂ। ਜੇ ਮਿਸ ਕਰ ਜਾਓ ਕੋਈ ਗੱਲ ਨਹੀਂ, ਟੌਪ 8 at 8 ਜ਼ਰੂਰ ਦੇਖਿਆ ਕਰੋ। ਤੁਹਾਨੂੰ ਜਨਰਲ ਲੇਬਰ, ਸਕਿਲਡ ਵਰਕਰਸ ਜਾਂ ਸਿਕਿਉਰਿਟੀ ਗਾਰਡਸ ਦੀ ਲੋੜ ਹੈ ਤੇ ਨਾ ਯਾਦ ਸਤਿ ਸ਼੍ਰੀ ਅਕਾਲ, ਮੈਂ ਹਾਂ ਜੋਤੀ ਜੱਸਲ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਨਾਲ। ਰਾਕੇਸ਼ ਟਿਕੈਤ ਦੀ ਮਮਤਾ ਬੈਨਰਜੀ ਨਾਲ ਹੋਈ ਮੁਲਾਕਾਤ, ਕਿਸਾਨਾਂ 'ਚ ਉਤਸ਼ਾਹ, ਭਾਜਪਾ 'ਚ ਪਾਈ ਜਾ ਰਹੀ ਨਿਰਾਸ਼ਾ। ਮਮਤਾ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣ ਦਾ ਦਿੱਤਾ ਭਰੋਸਾ। ਪੰਜਾਬ ਸਰਕਾਰ ਕੋਲੋਂ ਮਦਦ ਮੰਗਦਾ ਰਹਿ ਗਿਆ ਡੀਐਸਪੀ ਹਰਜਿੰਦਰ ਸਿੰਘ, ਕੋਰੋਨਾ ਨਾਲ ਜੂਝਦਿਆਂ ਲੁਧਿਆਣਾ ਦੇ ਹਸਪਤਾਲ 'ਚ ਹੋਈ ਮੌਤ। ਪੰਜਾਬ ਕਾਂਗਰਸ ਛਪਿਆ ਕਲੇਸ਼ ਸੁਲਝਾਉਣ ਵਾਲੀ ਕਮੇਟੀ 3 ਜਾਂ 4 ਦਿਨਾਂ ਵਿੱਚ ਹਾਈ ਕਮਾਨ ਨੂੰ ਸੌਂਪੇਗੀ ਰਿਪੋਰਟ, ਕਮੇਟੀ ਮੈਂਬਰ ਮਲਿਕਾਰਜੁਨ ਖੜਗੇ ਨੇ ਦਿੱਤੀ ਜਾਣਕਾਰੀ। ਰਾਜਸਥਾਨ ਕਾਂਗਰਸ 'ਚ ਫਿਰ ਸਿਆਸੀ ਹਲਚਲ, ਸਚਿਨ ਪਾਇਲਟ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਉੱਠੀ ਆਵਾਜ਼। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਿਕੈਤ ਹੋਰਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣਗੇ। ਟਿਕੈਤ ਨੇ ਇਸ ਭਰੋਸੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। और हमें उम्मीद है कि जो यहाँ के फार्मर्स की समस्या होगी उसका समाधान होगा और जो भारत सरकार से जो प्रॉब्लम है उसके लिए चिट्ठी लिखी जाएगी और विपक्ष को इकट्ठा करके जो और प्रॉब्लम है उसके साथ में एक कोऑर्डिनेशन बना के पूरा जो वहाँ पे मूवमेंट चला हुआ है उसको सपोर्ट करेंगे। और जो हमारा 3 कानून है जो आंदोलन दिल्ली में चला हुआ है उसकी सपोर्ट जैसे पहले यहाँ से हो रही थी, इसी तरह से दोबारा भी
इतना आश्वासन दिया कि हम पूरा फॉरवर्ड मूवमेंट के साथ में हैं। तो इनका धन्यवाद करते हैं। और हम बंगाल को एक जो मॉडल स्टेट है उसकी तरह पे बंगाल काम करें। जो यहाँ की फोर्थ पॉलिसी है उन पॉलिसी पर काम करें, किसानों को ज़्यादा लाभ यहाँ पे मिले, कृषि के किसानों को लाभ मिले, जो यहाँ का पोल्ट्री फार्म जैसे किसान मूवमेंट बंगाल में आपको पता है कि हम सिंगूर मूवमेंट से शुरू किया था और 26 दिन हम हंगर स्ट्राइक भी किया था कि किसान का ज़मीन नहीं लेना चाहिए फोर्सफुली। अरे हम कानून बातिल किया था और अभी हमारा स्टेट में कानून है कि फोर्सफुली कोई लैंड नहीं लेना चाहिए, किसान का नहीं लेने देंगे। इसी के लिए हमारा कानून भी है, मॉडल है इंडिया का। तो इसी के लिए किसान मूवमेंट जैसा जारी है उसको हम लोग चाहते हैं जितना दिन तक उसको डिमांड ना फुलफिल हो इतना दिन तक वो लोगों को पूरा सपोर्ट करने के लिए हम लोग तैयार है। उन्होंने एक रिक्वेस्ट मेरे को किया कि अपोजिशन का जितना चीफ मिनिस्टर है सबको साथ बात करके अगर एक दिन वो लोगों का साथ भी हम लोग वर्चुअल कॉन्फ्रेंस एक साथ में मिल के कर सकती हूँ। और उन्होंने उसका जो प्लेटफॉर्म है उसका नीचे में एक प्लेटफॉर्म बनाएगा, वो प्लेटफॉर्म में हम लोगों को भी आमंत्रित किया है जाने के लिए। हम लोगों ने कोविड थोड़ा डाउन होने का बाद इसका बारे में चर्चा करेंगे, लेकिन हम जरूर चीफ मिनिस्टर लोगों ने जो हमारा दोस्त है हम लोगों ने बात करेंगे कि इसका जो मूवमेंट चल रहा है इसी के बारे में हमारा सबका ओर से एक यूनिफॉर्म लेटर जाए। जैसे लोकसभा चुनाव का पहले लोकसभा आने का पहले वो लोगों को भी मदद मिले, यही बातचीत हुआ है। ਤਿਆਰ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਵੀ ਕੀਤਾ ਹੋਇਆ ਹੈ ਕਿ ਉਹ ਕਿਸੇ ਸਿਆਸੀ ਸਰਗਰਮੀ ਤੋਂ ਦੂਰ ਹੀ ਰਹਿਣਗੇ। ਪਰ ਜਿੱਥੇ ਮਮਤਾ ਬੈਨਰਜੀ ਆਪਣੀ ਜਿੱਤ ਵਿੱਚ ਕਿਸਾਨਾਂ ਦੇ ਵੱਡੇ ਯੋਗਦਾਨ ਨੂੰ ਮੰਨਦੀ ਹੈ, ਉੱਥੇ ਇਸ ਮੁਲਾਕਾਤ ਨਾਲ ਕਿਸਾਨਾਂ ਵਿੱਚ ਵੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਦਕਿ ਭਾਜਪਾ ਲੀਡਰਸ਼ਿਪ ਵਿੱਚ ਖਾਸ ਕਰ ਯੂਪੀ ਦੇ ਭਾਜਪਾ ਲੀਡਰਾਂ ਦੇ ਵਿੱਚ ਇਸ ਮੁਲਾਕਾਤ ਨੂੰ ਲੈ ਕੇ ਫਿਕਰਮੰਦੀ ਵੱਧ ਗਈ ਹੈ, ਕਿਉਂਕਿ ਟਿਕੈਤ ਯੂਪੀ ਵਿੱਚ ਵੱਡੇ ਆਗੂ ਵਜੋਂ ਵੀ ਆਪਣੀ ਥਾਂ ਬਣਾ ਚੁੱਕੇ ਨੇ। लुधियाना के डीएसपी हरजिंदर सिंह की कोरोना कारण मौत हो गई है। कुछ दिन पहला ही उन्होंने एक वीडियो जारी करके पंजाब सरकार को मदद की गुहार लगाई सी। पंजाब कांग्रेस का कलेश सुलझाउण लई बनाई गई कमेटी हाईकमान नूं कुछ ही दिनों दे विच रिपोर्ट सौंप देवेगी। राजस्थान की राजनीति में 10 महीनों बाद फिर तो बगावत ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਇਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਭੰਵਰ ਜਤਿੰਦਰ ਸਿੰਘ ਵੀ ਸਚਨ ਪਾਇਲਟ ਦੇ ਸਮਰਥਨ ਵਿੱਚ ਆ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਨੇ ਸਚਨ ਪਾਇਲਟ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋਣੇ ਚਾਹੀਦੇ ਨੇ। ਧਿਆਨ ਹੈ ਕਿ ਭੰਵਰ ਜਤਿੰਦਰ ਸਿੰਘ ਡਾਕਟਰ ਮਨਮੋਹਨ ਸਿੰਘ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। राजस्थान में अशोक गहलोत कांग्रेस की सरकार चला रहे ने ते पहला भी सचिन पायलट की अगवाई में कई विधायकों ने बगावत कर दी सी। इस दे चलदियां जतिंदर सिंह ने यह भी कहा कि राजस्थान में मुख्यमंत्री नूं बदलण वर्गी कोई गल नहीं है अते ना ही कांग्रेस सरकार नूं कोई खतरा है। इस दौरान सचिन पायलट का कहना सी कि पार्टी नूं सत्ता में लियाउण वाले वर्करां दी सुनवाई ना होना माड़ी गल है। उधर दूजे पासे पंजाब कांग्रेस विच भी चल रहा कलेश किसी तो गुझा नहीं है। मुख्यमंत्री कैप्टन अमरिंदर सिंह खिलाफ भी कई विधायकों ते मंत्रियों ने बगावत का झंडा चुक्या होया है अते यह सियासी लड़ाई दिल्ली हाई कमान तक भी पहुँच गई। इस सियासी लड़ाई नूं सुलझाउण लई हाई कमान वालों यतन किए जा रहे हैं। विदेश भेजण दे नाम ते अक्सर ही नौजवानों नूं ठगी दा शिकार होना पैंदा है। जलंधर दिल्ली ते फगवाड़ा के ट्रैवल एजेंटां वालों इंग्लैंड भेजण दे बहाने नौजवानों नाल कीती ठगी का एक वड्डा मामला सामने आया है। इन्हां ट्रैवल एजेंटां ने जाली दस्तावेज लगा के नौजवानों नूं इंग्लैंड भेजण लई वीजे लगवा दिते। ਇਹ ਮਾਮਲਾ ਬ੍ਰਿਟਿਸ਼ ਐਮਬੈਸੀ ਨੇ ਫੜ ਲਿਆ ਤੇ 66 ਨੌਜਵਾਨਾਂ ਦੀ ਲਿਸਟ ਬਣਾ ਕੇ ਜਲੰਧਰ ਪੁਲਿਸ ਨੂੰ ਭੇਜ ਦਿੱਤੀ, ਜਿਨ੍ਹਾਂ ਦੇ ਵੀਜ਼ਿਆਂ ਨਾਲ ਜਾਲੀ ਦਸਤਾਵੇਜ਼ ਲੱਗੇ ਹੋਏ ਸਨ। 66 ਨੌਜਵਾਨਾਂ ਦੀ ਜਾਲੀ ਵੀਜ਼ੇ ਵਾਲੀ ਭੇਜੀ ਗਈ ਸੂਚੀ ਵਿੱਚੋਂ ਕਈ ਨੌਜਵਾਨ ਇੰਗਲੈਂਡ ਪਹੁੰਚ ਵੀ ਚੁੱਕੇ ਨੇ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ 6 ਟਰੈਵਲ ਏਜੰਟਾਂ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਲਿਆ ਹੈ।
ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਜਾਲੀ ਦਸਤਾਵੇਜ਼ਾਂ ਦੇ ਸਹਾਰੇ ਵੀਜ਼ਾ ਲੈ ਕੇ ਇੰਗਲੈਂਡ ਪਹੁੰਚੇ ਵਿਅਕਤੀਆਂ ਦਾ ਭਵਿੱਖ ਵੀ ਖਤਰੇ 'ਚ ਪੈ ਚੁੱਕਾ ਹੈ। ਇੰਗਲੈਂਡ ਪਹੁੰਚ ਚੁੱਕੇ ਇਹਨਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਵੀਜ਼ੇ ਨਾਲ ਜਾਲੀ ਦਸਤਾਵੇਜ਼ ਲਗਾਏ ਗਏ ਨੇ। ਪੰਜਾਬੀ ਗਾਇਕ ਖਾਨ ਸਾਹਿਬ ਨੂੰ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਨੂੰ ਲੈ ਕੇ ਕੀਤੀ ਗਈ ਹੈ। ਹਾਲਾਂਕਿ ਬਾਅਦ ਵਿੱਚ ਗਾਇਕ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਖਾਨ ਸਾਹਿਬ ਨੇ ਬੀਤੇ ਦਿਨੀ ਆਪਣਾ 27ਵਾਂ ਜਨਮ ਦਿਨ ਮਨਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਦੇ ਦਰਜਨਾਂ ਦੋਸਤ ਤੇ ਬੈਂਡ ਵਾਲੇ ਵਿਖਾਈ ਦੇ ਰਹੇ ਨੇ। ਇਹਨਾਂ ਵਿੱਚੋਂ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ, ਜਿਸ ਕਾਰਨ ਖਾਨ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਇਸ ਦੌਰਾਨ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਖਾਨ ਸਾਹਿਬ ਤੋਂ ਇਲਾਵਾ 4 ਹੋਰ ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ, ਜਿਨ੍ਹਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ। ਉਹਨਾਂ ਤੋਂ ਇਲਾਵਾ ਬੈਂਡ ਵਾਲਿਆਂ ਵਿਰੁੱਧ ਵੀ ਪਰਚਾ ਦਰਜ ਕੀਤਾ ਗਿਆ, ਜੋ ਕਿ ਜਲੰਧਰ ਦੇ ਦੱਸੇ ਜਾ ਰਹੇ ਨੇ। ਰਾਮ ਰਹੀਮ ਨੂੰ ਲੈ ਕੇ ਪੱਤਰਕਾਰ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਪੱਤਰ, ਕਿਹਾ ਇਲਾਜ ਦੇ ਬਹਾਨੇ ਡੇਰਾ ਮੁਖੀ ਨੂੰ ਲਿਆਂਦਾ ਜਾ ਰਿਹਾ ਜੇਲ੍ਹ ਤੋਂ ਬਾਹਰ। ਕੇਂਦਰ ਸਰਕਾਰ ਨੇ ਝੋਨੇ ਦੇ ਭਾਅ 'ਚ 72 ਰੁਪਏ ਦਾ ਕੀਤਾ ਵਾਧਾ। ਖੇਤੀਬਾੜੀ ਮੰਤਰੀ ਤੋਮਰ ਬੋਲੇ, ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਜਿਤਨ ਪ੍ਰਸਾਦ ਭਾਜਪਾ 'ਚ ਸ਼ਾਮਲ ਬੋਲੇ, ਇਹ ਮੇਰੀ ਜ਼ਿੰਦਗੀ ਦਾ ਨਵਾਂ ਚੈਪਟਰ ਤੇ ਸੋਚ ਸਮਝ ਕੇ ਲਿਆ ਗਿਆ ਇਹ ਫੈਸਲਾ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਮੱਠੀ ਪੈਣ ਲੱਗ ਪਈ ਹੈ। ਲਗਾਤਾਰ ਪਿਛਲੇ 2 ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ 1 ਲੱਖ ਤੋਂ ਵੀ ਘੱਟ ਆ ਰਹੇ ਨੇ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 92,000 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਇੱਕ ਦਿਨ 'ਚ ਕੋਰੋਨਾ ਕਾਰਨ 2,000 ਤੋਂ ਵੱਧ ਲੋਕਾਂ ਨੇ ਜਾਨ ਗਵਾਈ ਹੈ। ਅੱਜ ਲਗਾਤਾਰ 27ਵੇਂ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 8 ਜੂਨ ਤੱਕ ਦੇਸ਼ ਭਰ ਦੇ ਵਿੱਚ ਕੋਰੋਨਾ ਵੈਕਸੀਨ ਦੀਆਂ 23 ਕਰੋੜ 90 ਲੱਖ ਤੋਂ ਵੀ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਭਾਰਤ ਵਿੱਚ ਰਿਕਵਰੀ ਦਰ ਹੁਣ ਵੱਧ ਕੇ 94.55% ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 2 ਕਰੋੜ ਤੋਂ ਵੀ ਵੱਧ ਲੋਕ ਸਿਹਤਯਾਬ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ ਦੌਰਾਨ 1 ਲੱਖ ਤੋਂ ਵੀ ਵੱਧ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੱਕ ਵਾਰ ਮੁੜ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਰਾਕੇਸ਼ ਟਿਕੈਤ ਦੀ ਮਮਤਾ ਬੈਨਰਜੀ ਨਾਲ ਹੋਈ ਮੁਲਾਕਾਤ, ਕਿਸਾਨਾਂ 'ਚ ਉਤਸ਼ਾਹ, ਭਾਜਪਾ 'ਚ ਪਾਈ ਜਾ ਰਹੀ ਨਿਰਾਸ਼ਾ। ਮਮਤਾ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣ ਦਾ ਦਿੱਤਾ ਭਰੋਸਾ। ਪੰਜਾਬ ਸਰਕਾਰ ਕੋਲੋਂ ਮਦਦ ਮੰਗਦਾ ਰਹਿ ਗਿਆ ਡੀਐਸਪੀ ਹਰਜਿੰਦਰ ਸਿੰਘ, ਕੋਰੋਨਾ ਨਾਲ ਜੂਝਦਿਆਂ ਲੁਧਿਆਣਾ ਦੇ ਹਸਪਤਾਲ 'ਚ ਹੋਈ ਮੌਤ। ਪੰਜਾਬ ਕਾਂਗਰਸ ਪਿਆ ਕਲੇਸ਼ ਸੁਲਝਾਉਣ ਵਾਲੀ ਕਮੇਟੀ 3 ਜਾਂ 4 ਦਿਨਾਂ ਵਿੱਚ ਹਾਈ ਕਮਾਨ ਨੂੰ ਸੌਂਪੇਗੀ ਰਿਪੋਰਟ, ਕਮੇਟੀ ਮੈਂਬਰ ਮਲਿਕਾਰਜੁਨ ਖੜਗੇ ਨੇ ਦਿੱਤੀ ਜਾਣਕਾਰੀ। ਰਾਜਸਥਾਨ ਕਾਂਗਰਸ 'ਚ ਫਿਰ ਸਿਆਸੀ ਹਲਚਲ, ਸਚਿਨ ਪਾਇਲਟ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਉੱਠੀ ਆਵਾਜ਼। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਅੱਜ ਇੱਕ ਵੈਲਕਮ ਚੇਂਜ ਆ ਗਈ ਹੈ, ਜਿਹੜੀ ਕਿ ਪਿਛਲੇ ਹਫਤੇ ਅਨਾਉਂਸ ਕੀਤੀ ਗਈ ਸੀ ਕਿ ਕੋਵਿਡ-19 ਦੀ ਜਿਹੜੀ ਰੈਸਟ੍ਰਿਕਸ਼ਨਸ ਹੈਗੀਆਂ ਨੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਪ੍ਰੋਵਿੰਸ ਦੇ ਵਿੱਚ, ਉਹਨਾਂ ਦੇ ਵਿੱਚ ਕੁਝ ਸੋਸ਼ਲ ਕਨੈਕਸ਼ਨ ਜਿਹੜੇ ਰੈਜ਼ੀਡੈਂਟਸ ਵਾਸਤੇ ਬਣਾਏ ਜਾਣਗੇ। ਔਰ ਅੱਜ ਤੋਂ ਲੌਂਗ ਟਰਮ ਕੇਅਰ ਹੋਮਸ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਨੇ ਉਹ ਇਹ ਜਿਹੜੀਆਂ ਐਕਟੀਵਿਟੀਜ਼ ਕਰ ਸਕਣਗੇ। ਜਿਹੜੇ ਰੈਜ਼ੀਡੈਂਟਸ ਫੁੱਲੀ ਇਮਿਊਨਾਈਜ਼ਡ ਨੇ, ਜਿਨ੍ਹਾਂ ਨੂੰ ਦੋਨੋਂ ਵੈਕਸੀਨਸ ਮਿਲੀਆਂ ਹੋਈਆਂ ਨੇ, ਉਹ ਆਪਣੇ ਲੌਂਗ ਟਰਮ ਕੇਅਰ ਹੋਮਸ ਨੂੰ ਇੱਕ ਦਿਨ ਵਾਸਤੇ ਓਵਰਨਾਈਟ ਸੋਸ਼ਲ ਆਊਟਿੰਗਸ ਜਾਂ ਟ੍ਰਿਪਸ ਵਾਸਤੇ ਛੱਡ ਕੇ ਜਾ ਸਕਦੇ ਨੇ। ਔਰ ਜਿਹੜੇ ਰੈਜ਼ੀਡੈਂਟਸ ਜਿਨ੍ਹਾਂ ਨੂੰ ਮੋਬਿਲਿਟੀ ਪ੍ਰੋਬਲਮਸ ਨੇ ਜਾਂ ਕੁਝ ਹੈਲਥ ਕੰਡੀਸ਼ਨਸ ਇਸ ਤਰ੍ਹਾਂ ਦੀ ਹੈਗੀਆਂ ਕਿ ਉੱਥੋਂ ਨਹੀਂ ਜਾ ਸਕਦੇ, ਉਹਨਾਂ ਦੇ ਕੋਲ ਇੱਕ ਐਸੈਂਸ਼ੀਅਲ ਕੇਅਰ ਗਿਵਰ ਦੇ ਨਾਲ ਇੱਕ ਜਨਰਲ ਵਿਜ਼ਿਟਰ ਵੀ ਹੋ ਸਕਦਾ ਹੈ ਲੌਂਗ ਟਰਮ ਕੇਅਰ ਹੋਮ ਦੇ ਅੰਦਰ, ਔਰ ਜਿਸ ਦੇ ਨਾਲ ਕਿ ਉਹਨਾਂ ਨੂੰ ਜ਼ਿਆਦਾ ਸੋਸ਼ਲ ਇੰਟਰੈਕਸ਼ਨ ਜਿਹੜੀ ਹੈ ਮਹਿਸੂਸ ਹੋ ਸਕੇ। ਔਰ ਜਿਹੜੇ ਰੈਜ਼ੀਡੈਂਟ ਔਰ ਵਿਜ਼ਿਟਰ ਦਾ ਜਿਹੜਾ ਵੈਕਸੀਨੇਸ਼ਨ ਸਟੇਟਸ ਜਿਹੜਾ ਹੈਗਾ, ਜੇ ਪੂਰੀ ਤਰ੍ਹਾਂ ਨਾਲ ਇਮਿਊਨਾਈਜ਼ਡ ਨੇ ਦੋਨੋਂ ਰੈਜ਼ੀਡੈਂਟਸ ਵੀ ਔਰ ਵਿਜ਼ਿਟਰਸ ਵੀ, ਤੇ ਉਹ ਬਰੀਫਲੀ ਇੱਕ ਦੂਸਰੇ ਨੂੰ ਹੱਗ ਵੀ ਕਰ ਸਕਦੇ ਨੇ, ਹੱਥ ਵੀ ਪਕੜ ਸਕਦੇ ਨੇ, ਔਰ ਇਹ ਸਾਰਾ ਕੁਝ ਹੁਣ ਸੇਫਲੀ ਹੋ ਸਕਦਾ ਹੈ। ਅਸੀਂ ਬੜੀ ਦੇਰ ਤੋਂ, ਜਦੋਂ ਇਹ ਪੈਂਡੈਮਿਕ ਸ਼ੁਰੂ ਹੋਇਆ ਸੀਗਾ, ਸਭ ਤੋਂ ਜ਼ਿਆਦਾ ਦਿਲ ਦਹਿਲਾਨ ਵਾਲੀ ਪਿਕਚਰਸ ਅਸੀਂ ਉਹ ਦੇਖੀਆਂ ਸੀਗੀਆਂ ਜਦੋਂ ਲੋਕਾਂ ਦੇ ਜਿਹੜੇ ਬਜ਼ੁਰਗ ਮਾਂ ਪਿਓ
ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਅੰਦਰ ਸੀਗੇ ਔਰ ਉਹ ਸ਼ੀਸ਼ੇ ਦੇ ਅੰਦਰੋਂ ਦੀ ਆਪਣੇ ਪਿਆਰਿਆਂ ਨੂੰ ਦੇਖਦੇ ਸੀਗੇ, ਲਾਚਾਰ, ਬੇਬਸ, ਔਰ ਉਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਬੱਚੇ, ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਬਾਹਰੋਂ ਦੀ ਉਹਨਾਂ ਨੂੰ ਦੇਖਦੇ ਸੀਗੇ ਤੇ ਸ਼ੀਸ਼ੇ ਦੇ ਉੱਪਰ ਅੰਦਰੋਂ ਦੀ ਉਹ ਹੱਥ ਰੱਖਦੇ ਸੀਗੇ ਤੇ ਬਾਹਰੋਂ ਦੀ ਜਿਹੜੇ ਹੈ ਉਹਨਾਂ ਦੇ ਜਿਹੜੇ ਪਿਆਰੇ ਜਿਹੜੇ ਹੱਥ ਰੱਖਦੇ ਸੀਗੇ ਤੇ ਇਸ ਤਰ੍ਹਾਂ ਉਹ ਇੱਕ ਦੂਸਰੇ ਨੂੰ ਜਿਹੜਾ ਮਿਲ ਪਾਉਂਦੇ ਸੀ। ਉਹ ਜਿਹੜੀ ਲਾਚਾਰਗੀ, ਉਹ ਜਿਹੜੀ ਉਹ ਪਿਕਚਰਸ ਅਸੀਂ ਜਿਹੜੀਆਂ ਦੇਖੀਆਂ ਹੋਈਆਂ ਉਹ ਹਜੇ ਵੀ ਜਦੋਂ ਅੱਖਾਂ ਸਾਹਮਣੇ ਆ ਜਾਂਦੀਆਂ ਤੇ ਇੱਕਦਮ ਦਿਲ ਦਹਿਲਾ ਜਾਂਦਾ ਹੈ। ਪਰ ਹੁਣ ਫਾਈਨਲੀ ਇੰਨੀ ਦੇਰ ਬਾਅਦ ਉਹ ਜਿਹੜਾ ਟਾਈਮ ਆਇਆ ਹੈ ਕਿ ਜਦੋਂ ਇਹ ਜਿਹੜੇ ਲੋਕ ਨੇ ਆਪਸ ਦੇ ਵਿੱਚ ਆਪਣੇ ਸੇ ਬਜ਼ੁਰਗਾਂ ਨੂੰ ਤੁਸੀਂ ਅੱਛੀ ਤਰ੍ਹਾਂ ਨਾਲ ਹੱਗ ਕਰਕੇ ਮਿਲ ਸਕੋਗੇ ਔਰ ਤੁਸੀਂ ਉਹਦੇ ਨਾਲ ਹੱਥ ਪਕੜ ਕੇ ਬੈਠ ਸਕੋਗੇ। ਉਹ ਜਿਹੜਾ ਉਹਨਾਂ ਦਾ ਜਿਹੜਾ ਫਿਜ਼ੀਕਲ ਕੰਟੈਕਟ ਹੁੰਦਾ ਹੈ, ਉਸ ਦੀ ਜਿਹੜੀ ਐਸ਼ੋਰੈਂਸ ਹੈ, ਜਿਹੜੀ ਉਸ ਦੀ ਉਹਨਾਂ ਨੂੰ ਇੱਕ ਸੋਸ਼ਲ ਜਿਹੜੀ ਹੈ ਕਨੈਕਸ਼ਨ ਫੀਲ ਹੁੰਦਾ ਹੈ, ਉਹ ਦੁਬਾਰਾ ਜਿਹੜਾ ਮਹਿਸੂਸ ਕਰ ਸਕਣਗੇ। ਔਰ ਜਿਹੜੇ ਵੀ ਇਹ ਕਲੋਜ਼ ਕੰਟੈਕਟਸ ਅੱਜ ਤੋਂ ਹੋਣੇ ਸ਼ੁਰੂ ਹੋ ਜਾਣਗੇ, ਤੁਸੀਂ ਹੱਥ ਪਕੜ ਲੈਂਦੇ ਹੋ ਬਜ਼ੁਰਗ ਦਾ ਤੇ ਉਹਦੇ ਤੇ ਅੱਧੀ ਪ੍ਰੋਬਲਮ ਤੇ ਉਸੇ ਦੇ ਨਾਲ ਹੀ ਜਿਹੜੀ ਹੈ ਦੂਰ ਹੋ ਜਾਂਦੀ ਹੈ। ਔਰ ਆਪਣੇ ਜਿਹੜੇ ਗ੍ਰੈਂਡ ਕਿਡਸ ਨੂੰ ਵੀ ਜਿਹੜਾ ਹੈ ਕਾਫੀ ਦੇਰ ਤੋਂ ਆਪਣੇ ਬੱਚਿਆਂ ਨੂੰ ਹੱਗ ਕਰਨ ਤੋਂ ਜਿਹੜੇ ਰੁਕੇ ਹੋਏ ਸੀਗੇ ਤੇ ਜਿਹੜੇ ਵੀ ਜਿਹੜੇ ਦੋਨੋਂ ਇੰਜੈਕਸ਼ਨਸ ਲਗਾ ਚੁੱਕੇ ਨੇ ਉਹ ਹੁਣ ਇਹ ਹੱਗਸ ਕਰ ਸਕਦੇ ਨੇ। ਬੜੀ ਚੰਗੀ ਖਬਰ। ਔਰ ਪ੍ਰੋਵਿੰਸ ਤੇ ਇੱਕ ਅੰਦਾਜ਼ੇ ਮੁਤਾਬਿਕ 30 ਮਈ ਤੱਕ ਦਾ ਜਿਹੜੇ ਸਟੇਟਸ ਦੇਖੀਏ ਤੇ 97% ਲੌਂਗ ਟਰਮ ਕੇਅਰ ਹੋਮਸ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਨੇ ਔਰ ਇਸ ਦੇ ਨਾਲ 66% ਜਿਹੜਾ ਸਟਾਫ ਹੈ ਇਹ ਫੁੱਲੀ ਵੈਕਸੀਨੇਟ ਆਲਰੇਡੀ ਹੋ ਚੁੱਕੇ ਨੇ ਔਰ ਤਕਰੀਬਨ 99% ਜਿਹੜੇ ਸਟਾਫ ਨੇ ਉਹਨਾਂ ਨੂੰ ਘੱਟੋ ਘੱਟ ਪਹਿਲੀ ਡੋਜ਼ ਜਿਹੜੀ ਹੈ ਉਹ ਜ਼ਰੂਰ ਮਿਲ ਚੁੱਕੀ ਹੈ। ਤੇ ਇਹ ਜਿਹੜੇ ਪੂਰੇ ਹਾਈਜੀਨ ਦਾ ਧਿਆਨ ਰੱਖਦਿਆਂ ਹੋਇਆਂ ਇਹ ਪ੍ਰੋਸੀਜਰ ਜਿਹੜੇ ਅਲਾਉ ਕੀਤੇ ਜਾ ਰਹੇ ਨੇ ਤੇ ਹੁਣ ਇਹ ਜਿਹੜੇ ਬਜ਼ੁਰਗ ਨੇ ਜਿਹੜੇ ਆਪਣੇ ਤੋਂ ਬੜੀ ਦੇਰ ਤੋਂ ਦੂਰ ਬੈਠੇ ਸੀਗੇ ਉਹਨਾਂ ਨੂੰ ਜਿਹੜਾ ਹੱਗ ਕਰ ਸਕਦੇ ਆ ਉਹਨਾਂ ਦੇ ਪਰਿਵਾਰ ਵਾਲੇ ਔਰ ਉਹਨਾਂ ਦਾ ਹੱਥ ਪਕੜ ਕੇ ਉਹਨਾਂ ਨਾਲ ਲੰਬੀਆਂ ਬਾਤਾਂ ਪਾ ਸਕਦੇ ਨੇ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। At Atlantic Immigration, we have over 15 years of experience assisting clients with their immigration matters. ਭਾਵੇਂ work permit, study permit, spouse sponsorship, investor class ਜਾਂ refugee claim, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 905-360। ਜਿਸ ਦੇ ਵਿੱਚ 20 ਸਾਲ ਦੇ ਇਸ ਲੜਕੇ ਨੂੰ ਘਿਨੌਨੇ ਅਟੈਕ ਵਾਸਤੇ ਜਿਹੜਾ ਚਾਰਜ ਕੀਤਾ ਗਿਆ, ਉਸ ਦੀ ਜਿਹੜੇ ਡਿਟੇਲ ਸਾਹਮਣੇ ਆ ਰਹੀਆਂ ਉਹ ਹੋਰ ਵੀ ਜ਼ਿਆਦਾ ਘਿਨੌਨੀਆਂ ਲੱਗਦੀਆਂ ਨਜ਼ਰ ਆ ਰਹੀਆਂ ਨੇ। 20 ਸਾਲ ਦਾ ਆਦਮੀ ਜਿਸ ਦਾ ਨਾਮ ਨੈਥੇਨੀਅਲ ਵੈਲਟਮੈਨ ਦੱਸਿਆ ਜਾ ਰਿਹਾ ਹੈ, ਇਸ ਨੂੰ ਚਾਰਜ ਕੀਤਾ ਗਿਆ ਹੈ 4 ਕਾਊਂਟਸ ਜਿਹੜੇ ਫਸਟ ਡਿਗਰੀ ਮਰਡਰ ਦੇ ਲਗਾਏ ਗਏ ਨੇ ਇਸ ਦੇ ਉੱਪਰ ਔਰ 1 ਕਾਊਂਟ ਜਿਹੜਾ ਹੈ ਅਟੈਂਪਟਡ ਮਰਡਰ ਦਾ ਲਗਾਇਆ ਗਿਆ ਹੈ, ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ 9 ਸਾਲ ਦਾ ਜਿਹੜਾ ਬੱਚਾ ਹੈਗਾ ਇੱਕ ਲੜਕਾ ਜਿਹੜਾ ਕਿ ਇਸ ਘਟਨਾ ਤੋਂ ਬਚ ਗਿਆ ਹੈ ਪਰ ਬੜੀ ਸੀਰੀਅਸ ਇੰਜਰੀਜ਼ ਉਸ ਨੂੰ ਆਈਆਂ ਜਿਸ ਨਾਲ ਉਹ ਆਲਰੇਡੀ ਜੂਝ ਰਿਹਾ ਹੈ। ਔਰ ਇਸ ਆਦਮੀ ਦੇ ਉੱਪਰ ਜਿਹੜੇ ਚਾਰजेस ਲਗਾਏ ਗਏ ਨੇ ਔਰ ਪੁਲਿਸ ਦਾ ਕਹਿਣਾ ਹੈ ਕਿ ਇਸ ਆਦਮੀ ਦਾ ਪਹਿਲਾਂ ਤੋਂ ਹੀ ਜਿਹੜਾ ਇਸ ਸਸਪੈਕਟ ਦਾ ਵਿਕਟਿਮਸ ਦੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਸੀਗਾ ਔਰ ਇਹ ਪੂਰੀ ਤਰ੍ਹਾਂ ਨਾਲ ਪਲਾਨ ਸੀਗਾ। ਇਹ ਐਕਟ ਜਿਹੜਾ ਉਹਨੇ ਕੀਤਾ ਹੈ ਪੂਰਾ ਸੋਚਿਆ ਸਮਝਿਆ ਉਸਨੇ ਜਿਹੜਾ ਹੈ ਕਾਰਾ ਕੀਤਾ ਹੈ ਔਰ ਇਹ ਉਸ ਵੇਲੇ ਮਿਲਟਰੀ ਦਾ ਹੈਲਮਟ ਪਾਇਆ ਹੋਇਆ ਸੀ ਜਦੋਂ ਉਸ ਨੂੰ ਪੁਲਿਸ ਨੇ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ। ਮਿਲਟਰੀ ਦਾ ਇਸਨੇ ਹੈਲਮਟ ਪਾਇਆ ਹੋਇਆ ਸੀਗਾ, ਬੁਲੇਟ ਪ੍ਰੂਫ ਇਸਨੇ ਵੈਸਟ ਪਾਈ ਹੋਈ ਸੀ ਜਿਸ ਵੇਲੇ ਇਸ ਨੂੰ ਅਰੈਸਟ ਕੀਤਾ ਗਿਆ ਔਰ ਬੜੀਆਂ ਰਿਪੋਰਟਾਂ ਦੇਖੀਆਂ ਗਈਆਂ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਸ ਵੇਲੇ ਜਦੋਂ ਉਸ ਨੂੰ ਅਰੈਸਟ ਕੀਤਾ ਜਾ ਰਿਹਾ ਸੀਗਾ, ਕਸਟਡੀ ਵਿੱਚ ਲਿਆ ਜਾ ਰਿਹਾ ਸੀਗਾ ਪੁਲਿਸ ਵੱਲੋਂ ਇੱਕ ਜਿਹੜੀ ਹੈ ਮਾਲ ਦੀ ਪਾਰਕਿੰਗ ਦੇ ਵਿੱਚ ਜਿਹੜੀ ਕਿ ਤਕਰੀਬਨ 7 ਕਿਲੋਮੀਟਰ ਦੂਰੀ ਤੇ ਸੀਗੀ ਕ੍ਰਾਈਮ ਸੀਨ ਤੋਂ, ਇਹ ਆਦਮੀ ਜਿਹੜਾ ਹੈ ਹੱਸ ਰਿਹਾ ਸੀਗਾ ਉਲਟਾ। ਇਸ ਨੂੰ ਕੋਈ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀਗਾ ਕਿ ਕੀ ਇਹ ਕੰਮ ਕਰ ਰਿਹਾ ਹੈ ਔਰ ਇਸ ਆਦਮੀ ਨੇ ਇੱਕ ਬਲੈਕ ਕਲਰ ਦੀ ਡੌਜ ਰੈਮ ਜਿਹੜਾ ਹੈ ਪਿਕਅਪ ਟਰੱਕ ਉਹ ਯੂਜ਼ ਕੀਤਾ ਸੀਗਾ ਅਟੈਕ ਵਾਸਤੇ। 3 ਹਫ਼ਤੇ ਪਹਿਲਾਂ ਹੀ ਇਸਨੇ ਲੰਡਨ ਦੀ ਇੱਕ ਡੀਲਰਸ਼ਿਪ ਤੋਂ ਇਹ ਖਰੀਦਿਆ ਸੀਗਾ 25,000 ਦਾ ਤੇ ਗ੍ਰਿਫਤਾਰੀ ਵੇਲੇ ਵੀ ਇਹ ਆਦਮੀ ਜਿਹੜਾ ਹੈ ਹੱਸ ਰਿਹਾ ਸੀਗਾ। ਇਸ ਨੂੰ ਕੋਈ ਇਸ ਗੱਲ ਦੀ ਜਿਹੜੀ ਹੈ ਕੋਈ ਗਿਲਾ ਸ਼ਿਕਵਾ ਨਹੀਂ ਸੀਗਾ, ਕਿਸ ਨੂੰ ਕੋਈ ਨਿਮੋਸ਼ੀ ਨਹੀਂ ਹੋਈ ਕਿ ਮੈਂ ਕਿਹੜਾ ਕੰਮ ਕਰ ਦਿੱਤਾ ਹੈ। ਫੇਸਬੁੱਕ ਕੈਨੇਡਾ ਨੇ ਵੀ ਕਨਫਰਮ ਕੀਤਾ ਹੈ ਕਿ ਇਸ ਆਦਮੀ ਦਾ ਜਿਹੜਾ ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਆਦਮੀ ਦਾ ਅਕਾਊਂਟ ਹੈ ਉਸ ਨੂੰ ਉਹਨਾਂ ਨੇ ਅਟੈਕ ਤੋਂ ਬਾਅਦ ਜਿਹੜਾ ਹੈ ਰਿਮੂਵ ਕਰ ਦਿੱਤਾ ਸੀਗਾ ਔਰ ਇਸੇ ਤਰ੍ਹਾਂ ਇਹ ਆਦਮੀ ਜਿਹੜਾ ਹੈ ਗ੍ਰੇ ਰਿਜ ਐਕਸ ਦੇ ਵਿੱਚ ਜਿਹੜਾ ਹੈ ਇੱਕ ਸਟ੍ਰੈਥਰੋਏ ਓਨਟਾਰੀਓ ਦੇ ਵਿੱਚ ਇੱਕ ਫਾਰਮ ਹੈ
ਉੱਥੇ ਕੰਮ ਕਰਦਾ ਸੀਗਾ, ਐਗ ਫਾਰਮ ਹੈ, ਔਰ ਜਿਹੜਾ ਇਸ ਦਾ ਓਨਰ ਹੈ ਗ੍ਰੇ ਰਿਜ ਐਗਸ, ਉਸਨੇ ਦੱਸਿਆ ਕਿ ਉਸਦੇ ਕੋਲੇ ਪਾਰਟ ਟਾਈਮ EMPLOYE ਸੀਗਾ ਆਦਮੀ। ਤੇ ਸਾਰੇ ਲੋਕ ਜਿਹੜੇ ਇਸ ਗੱਲ ਤੋਂ ਜਿਨੇ ਵੀ ਇਹ ਖਬਰ ਸੁਣੀ ਹੈ, ਜਿਸ ਤੱਕ ਵੀ ਇਹ ਖਬਰ ਪਹੁੰਚੀ ਹੈ, ਉਸਨੇ ਅੰਦਰ ਤੱਕ ਹਰ ਇਨਸਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਤੋਂ ਹੋਏ। ਕੋਈ ਵੀ ਇਨਸਾਨ ਜਿਹੜਾ ਜਿਸ ਤੱਕ ਵੀ ਇਹ ਖਬਰ ਪਹੁੰਚੀ ਹੈ, ਸਭ ਨੂੰ ਅੰਦਰ ਤੱਕ ਇਸਨੇ ਕੌਂਦ ਕੇ ਰੱਖ ਦਿੱਤਾ ਹੈ। ਪਰ ਇਹ ਜਿਹੜਾ ਬੰਦਾ ਜਿਸਨੇ ਇਹ ਕਾਰਾ ਕੀਤਾ ਹੈ, ਉਸ ਨੂੰ ਇਸ ਦਾ ਕੋਈ ਵੀ ਫਰਕ ਨਹੀਂ ਪੈ ਰਿਹਾ। ਇਸ ਤਰ੍ਹਾਂ ਦਾ ਹੈਗਾ ਇਹ ਦਰਿੰਦਾ। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर फ्री कंसल्टेशन at 9052320202। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। रियल एस्टेट की बात करें, नाम एक ही याद करें। वाजिद मलिक, वाजिद मलिक। आईसेल सर्विस देते हैं, सबकी दुआएं लेते हैं। वाजिद ਨਾਲ ਔਰ ਸੁਖਮਨੀ ਹੋਮਿਓਪੈਥੀ ਤੋਂ ਸਾਡੇ ਨਾਲ ਗੱਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੈਲਕਮ ਕਰਦੇ ਹਾਂ ਪ੍ਰਵਾਸੀ ਪਲੱਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਤੁਸੀਂ ਅੱਜ ਗੱਲ ਕਰਨ ਜਾ ਰਹੇ ਹੋ, ਸਾਨੂੰ ਦੱਸੋ ਮਾਈਗ੍ਰੇਨ ਬਾਰੇ ਕੁਝ। ਹਾਂਜੀ, ਮਾਈਗ੍ਰੇਨ ਤੇ ਨਾਰਮਲ ਹੈਡੇਕ ਦਾ ਪਹਿਲਾਂ ਮੋਟਾ ਫਰਕ ਦੱਸ ਦੇਣਾ ਜੀ। ਮਾਈਗ੍ਰੇਨ ਜਿਹੜੀ ਹੈ ਉਹ ਹਮੇਸ਼ਾ ਨੌਜ਼ੀਆ ਜਾਂ ਵੋਮਟਿੰਗ ਦੇ ਨਾਲ ਆਉਂਦੀ ਹੈ, ਪਹਿਲਾਂ ਆ ਜੇ ਜਾਂ ਬਾਅਦ ਚ ਆ ਜੇ ਵੋਮਟਿੰਗ ਨੌਜ਼ੀਆ। ਤੇ ਜਿਹੜੀ ਨਾਰਮਲ ਹੈਡੇਕ ਆ ਉਹ ਮੋਸਟਲੀ ਗੈਸ ਦੇ ਕਰਕੇ, ਕਵਰੀ ਦੇ ਕਰਕੇ ਹੁੰਦੀ ਆ। ਤੇ ਜਿਹੜੀ ਨਾਰਮਲ ਹੈਡੇਕ ਆ ਉਹਦੇ ਚ ਉਲਟੀ ਵਗੈਰਾ ਨਹੀਂ ਆਉਂਦੀ ਜਾਂ ਨੌਜ਼ੀਆ ਫੀਲ ਨਹੀਂ ਹੁੰਦਾ। ਸੋ ਇਹਨਾਂ ਦੇ ਵਿੱਚ ਮੇਨ ਇਹ ਫਰਕ ਹੈ। ਤੇ ਦੂਜਾ ਫਰਕ ਇਹ ਹੈ ਕਿ ਜਿਹੜੀ ਨਾਰਮਲ ਹੈਡੇਕ ਆ ਉਹ ਕਦੀ ਆ ਗਈ 6 ਮਹੀਨੇ ਸਾਲ ਚ, ਕਦੀ 1 ਵਾਰੀ 2 ਵਾਰੀ 4 ਵਾਰੀ ਹੋ ਗਈ, ਉਹ ਨਾਰਮਲ ਹੈ। ਜਿਹੜੀ ਮਾਈਗ੍ਰੇਨ ਹੈ ਇਹ ਫਿਰ ਜਦੋਂ ਆਉਂਦੀ ਆ ਤੇ ਕਈ ਵਾਰੀ 2-2, 3-3 ਦਿਨ ਇਹ ਛੱਡਦੀ ਨਹੀਂ, ਪਿੱਛਾ ਨਹੀਂ ਛੱਡਦੀ। ਔਰ ਲੇਡੀਜ਼ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਇਹ ਵੇਖਣ ਨੂੰ ਮਿਲੀ ਆ। ਤੇ ਉਹਦਾ ਇੱਕ ਦੂਸਰਾ ਨਾਲ ਲਿੰਕ ਇਹ ਵੀ ਆ ਕਿ ਜਿਹੜੀ ਮਾਈਗ੍ਰੇਨ ਆ ਇਹ ਉਲਟੀ ਤੋਂ ਪਹਿਲਾਂ ਜਾਂ ਬਾਅਦ ਚ ਆਉਂਦੀ ਆ, ਉਹਦੇ ਨਾਲ ਲਿੰਕ ਤਾਂ ਹੈਗਾ ਹੀ ਆ। ਕਈ ਵਾਰੀ ਨਹੀਂ ਵੀ ਆਉਂਦੀ ਉਲਟੀ ਬਿਲਕੁਲ, ਬਟ ਜਦੋਂ ਵੀ ਮਾਈਗ੍ਰੇਨ ਦਾ ਅਟੈਕ ਹੁੰਦਾ ਆ, ਫਿਰ ਜਿਹਨੂੰ ਹੁੰਦਾ ਉਹਨੂੰ ਹੀ ਪਤਾ। ਸੋ ਕਈ ਵਾਰੀ ਲੈਫਟ, ਕਈ ਵਾਰੀ ਰਾਈਟ, ਕਈ ਵਾਰੀ ਪੂਰੇ ਸਿਰ ਚ, ਕਈ ਵਾਰੀ ਐਂ ਫੀਲ ਹੁੰਦਾ ਕਿ ਸਿਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਪਿਆ ਹੋਇਆ, ਤੇ ਕਈ ਵਾਰੀ ਏਦਾਂ ਫੀਲ ਹੁੰਦਾ ਕਿ ਅੰਦਰੋਂ ਜਿਵੇਂ ਸਿਰ ਭਾਰ ਜਾਣਾ ਹੁੰਦਾ, ਪ੍ਰੈਸ਼ਰ ਫਰੋਮ ਇਨਸਾਈਡ ਟੂ ਆਊਟਸਾਈਡ ਜਾਂ ਆਊਟਸਾਈਡ ਟੂ ਔਨ ਦਾ ਹੈਡ, ਕਰਾਊਨ ਦੇ ਉੱਤੇ ਦਾ। ਸੋ ਹਰ ਇੱਕ ਜਿਹੜੀ ਇਹਦੀ ਮਾਈਗ੍ਰੇਨ ਦੀਆਂ ਬਹੁਤ ਕਿਸਮਾਂ ਮਤਲਬ ਵੈਰਾਈਟੀ ਆ। ਸੋ ਹਰ ਵੈਰਾਈਟੀ ਦਾ ਜਿਹੜੀ ਉਹਦੇ ਸਿੰਪਟਮ ਅਲੱਗ ਨੇ, ਉਸ ਹਿਸਾਬ ਨਾਲ ਸਾਡੀਆਂ ਦਵਾਈਆਂ ਵੀ ਅਲੱਗ ਨੇ। ਤੇ ਜਦੋਂ ਮਾਈਗ੍ਰੇਨ ਜਿਹਨੂੰ ਹੁੰਦੀ ਆ ਨਾਰਮਲ ਹੈਡੇਕ ਦੇ ਵਿੱਚ, ਤੇ ਟੈਨੀਨੋਲ ਐਡਵਿਲ ਕੰਮ ਕਰ ਜਾਂਦੀ ਆ। ਮੈਂ ਤੇ ਇਹ ਵੀ ਕਹਿੰਦਾ ਹੁੰਦਾ ਕਿ ਉਹਦੀ ਵੀ ਲੋੜ ਨਹੀਂ ਹੁੰਦੀ, ਗਰਮ ਪਾਣੀ ਪੀ ਲਓ ਤੇ ਉਹਦੇ ਨਾਲ ਹੀ ਜਿਹੜੀ ਨਾਰਮਲ ਹੈਡੇਕ ਉਹ ਠੀਕ ਹੋ ਜੂਗੀ। ਪਰ ਮਾਈਗ੍ਰੇਨ ਨਹੀਂ ਠੀਕ ਹੋਣੀ ਗਰਮ ਪਾਣੀ ਨਾਲ। ਉਹਦੇ ਵਿੱਚ ਜਦੋਂ ਤੁਸੀਂ ਗੋਲੀਆਂ ਖਾਂਦੇ ਹੋ ਸਟਰੋਂਗ ਐਡਵਿਲ ਜਾਂ ਡਬਲ ਐਡਵਿਲ ਜਾਂ ਕੁਛ ਹੋਰ ਜਿਹੜੀਆਂ ਸਟਰੋਂਗ ਜਿਹੜੇ ਕੈਮੀਕਲ ਹੁੰਦੇ ਨੇ ਫਾਰਮੇਸੀ ਵਿੱਚ, ਉਹਨਾਂ ਤੁਸੀਂ ਥੋੜਾ ਜਿਹਾ ਆਰਾਮ ਤਾਂ ਮਿਲ ਜਾਂਦਾ। ਪਰ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨੀਆਂ ਵੀ ਆਪਾਂ ਕੈਮੀਕਲ ਅੰਦਰ ਸੁੱਟਾਂਗੇ ਆਪਣੇ ਸਟਮਕ ਦੇ ਵਿੱਚ, ਉਨਾ ਹੀ ਐਸਿਡ ਹੋਰ ਵਧਣਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮਾਈਗ੍ਰੇਨ ਜਿਹੜੀ ਆ ਉਹ ਐਸਿਡ ਨਾਲ ਹੀ ਟ੍ਰਿਗਰ ਹੁੰਦੀ ਹੈ। ਸੋ ਜਿੰਨਾ ਤੁਸੀਂ ਗੋਲੀ ਖਾਓਗੇ ਉਸ ਟਾਈਮ ਤੋਂ ਥੋੜਾ ਜਿਹਾ ਤਾਂ ਆਰਾਮ ਮਿਲ ਜੂਗਾ, ਪਰ ਉਹ ਬਾਅਦ ਦੇ ਵਿੱਚ ਜਿਹੜਾ ਬੇਸਿਕਲੀ ਉਹਦਾ ਲਾਈਫ ਸਪੈਨ ਆ ਜਿਹੜਾ ਮਾਈਗ੍ਰੇਨ ਦਾ ਵਧੀ ਜਾਣਾ। ਮਤਲਬ ਕਿਉਂਕਿ ਐਸਿਡ ਵੱਧ ਜਾਣਾ, ਤੇ ਫਿਰ ਉਹ ਜਿੱਥੇ ਪਹਿਲਾਂ ਮਹੀਨੇ 'ਚ ਇੱਕ ਵਾਰੀ ਹੁੰਦੀ ਹੈ ਜਾਂ 6 ਮਹੀਨੇ 'ਚ ਇੱਕ ਵਾਰੀ ਹੁੰਦੀ ਹੈ, ਫਿਰ ਹੌਲੀ ਹੌਲੀ ਹਫ਼ਤੇ 'ਚ ਇੱਕ ਵਾਰੀ ਹੋਣ ਲੱਗ ਜਾਂਦੀ ਜਾਂ ਰੋਜ਼ ਵੀ ਹੋਣ ਲੱਗ ਜਾਂਦੀ। ਸੋ ਇਹਦਾ ਇਲਾਜ ਜਿਹੜਾ ਆ ਉਹ ਕੈਮੀਕਲਾਂ ਨਾਲ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ। ਨਾਰਮਲ ਹੈਡੇਕ ਦਾ ਤੁਸੀਂ ਕਰ ਸਕਦੇ ਹੋ ਗਰਮ ਪਾਣੀ ਪੀ ਕੇ, ਨਾਲ ਅਜਵਾਇਣ ਦਾ ਚਮਚਾ ਖਾ ਲਿਆ ਜਾਂ ਜੀਰੇ ਦਾ ਜਾਂ ਸੌਂਫ ਦਾ ਚਮਚਾ ਗਰਮ ਪਾਣੀ ਨਾਲ ਤੁਸੀਂ ਲੈ ਲਓਗੇ, ਉਹਦੇ ਨਾਲ ਸਿੰਪਲ ਗਰਮ ਪਾਣੀ ਮਾੜਾ ਨਿੰਬੂ ਪਾ ਕੇ ਉਹਨਾਂ ਵੀ ਆਰਾਮ ਆ ਜਾਊਗਾ। ਬਟ ਜਿਹੜੀ ਹੈਡੇਕ ਆ, ਜਿਹੜੀ ਮਾਈਗ੍ਰੇਨ ਆ, ਇਹਨੂੰ ਇਹ ਹੋਮੋਪੈਥੀ ਨਹੀਂ ਠੀਕ ਹੋਣੀ ਹੈ। ਤੇ ਹੋਮੋਪੈਥੀ ਦੀ ਮੈਡੀਸਿਨ ਕਿੰਨੀ ਦੇਰ ਤੱਕ ਖਾਣੀ ਪਏਗੀ ਤੇ ਠੀਕ ਹੋਏਗੀ? ਦੇਖੋ ਏਦਾਂ ਹੁੰਦਾ ਜੀ ਕਿ ਜਦੋਂ ਪਹਿਲੇ ਮਹੀਨੇ ਅਸੀਂ ਦਵਾਈ ਦਿੰਦੇ ਆ, ਇੱਕ ਮਹੀਨੇ ਉਹਨੂੰ ਪੇਸ਼ੈਂਟ ਨੂੰ ਸਾਫ਼ ਕਰ ਦਿੰਦੇ ਆ ਕਿ ਦੇਖ ਜੇ ਅੱਗੇ ਤੈਨੂੰ ਮਹੀਨੇ 'ਚ ਇੱਕ ਵਾਰੀ ਅਟੈਕ ਹੁੰਦਾ ਸੀ
ਦਾ ਅਟੈਕ ਆਉਂਦਾ ਸੀ ਮਾਈਗ੍ਰੇਨ ਦਾ, ਤੇ ਹੁਣ ਇਹ ਐਕਸਪੈਕਟ ਕਰਿਓ ਕਿ ਐਟਲੀਸਟ 50% ਮਤਲਬ ਕਿ 2 ਮਹੀਨਿਆਂ 'ਚ ਇੱਕ ਵਾਰੀ ਹੋ ਚਲੋ ਸਕਦਾ। ਜੀ ਜੀ, ਤੁਸੀਂ ਆਪਣਾ ਫੋਨ ਨੰਬਰ ਦਿਓ ਤਾਂ ਕਿ ਤੁਹਾਨੂੰ ਕੰਟੈਕਟ ਕਰਕੇ 2 ਮਹੀਨੇ ਦੀ ਜਿਹੜੀ ਮੈਡੀਸਨ ਹੈ ਜੀ ਉਹ ਖਾਣ ਨਾਲ ਟੈਂਪਰੇਰੀ ਤਾਂ ਨਹੀਂ, ਪਰਮਾਨੈਂਟ ਕਹਿ ਲਓ ਕਿ ਇਹਦਾ ਸੋਲੂਸ਼ਨ ਹੋ ਜਾਂਦਾ ਐਟਲੀਸਟ 5-10 ਸਾਲ ਵਾਸਤੇ। ਵੈਰੀ ਨਾਈਸ। ਫੋਨ ਨੰਬਰ ਦਿਓ ਤੁਸੀਂ ਲਖਵਿੰਦਰ ਜੀ ਆਪਣਾ, ਤਾਂ ਕਿ ਤੁਹਾਨੂੰ ਕੰਟੈਕਟ ਕੀਤਾ ਜਾ ਸਕੇ ਜੀ। ਹਾਂਜੀ 416-522-7777 ਤੇ 7 ਦਿਨ ਖੁੱਲੇ ਹੁੰਦੇ ਆ, 3 ਡਾਕਟਰ ਹੈਗੇ ਇੱਥੇ ਹੋਮਪੈਥ, ਨੋ ਪ੍ਰੋਬਲਮ ਕੋਈ ਵੀ ਹੋਵੇ, ਨੋ ਪ੍ਰੋਬਲਮ। ਤੁਹਾਡਾ ਫੋਨ ਨੰਬਰ ਵੀ 7 ਦਿਨ ਵਰਗਾ ਹੀ ਹੈ ਜੀ, 416-522-7777 7 ਦਿਨ ਖੁੱਲੇ ਹੁੰਦੇ ਆ, ਤੇ ਤੁਸੀਂ ਮਿਲ ਸਕਦੇ ਇਹਨਾਂ ਨਾਲ ਤੇ ਤੁਹਾਡੀ ਆਪਣੀ ਜਿਹੜੀ ਹੈ ਪਰਮਾਨੈਂਟ ਇਲਾਜ ਕਰਵਾ ਸਕਦੇ ਹੋ ਹੋਮੋਪੈਥੀ ਨਾਲ। ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਸਾਰੀ ਖਬਰਾਂ ਹਜੇ ਸਾਡੇ ਕੋਲ ਹੋਰ ਹੈਗੀਆਂ ਤੁਹਾਡੇ ਨਾਲ ਸਾਂਝੇ ਕਰਨ ਵਾਲੀ। ਇੱਕ ਮੈਥ ਦੀ ਖਬਰ ਜਿਹੜੀ ਸਾਂਝੀ ਕਰੀਏ ਤੁਹਾਡੇ ਨਾਲ ਕਿ ਮੈਥ ਜਿਹੜਾ ਹੈ ਉਹ ਚੇਂਜ ਹੋਣ ਜਾ ਰਿਹਾ ਹੈ। ਨਵਾਂ ਮੈਥ ਦਾ ਕਰਿਕੂਲਮ ਆ ਰਿਹਾ ਹੈ ਜਿਹੜਾ ਰੋਲ ਆਊਟ ਕੀਤਾ ਜਾ ਰਿਹਾ ਹੈ ਗ੍ਰੇਡ 9 ਦੇ ਸਟੂਡੈਂਟਸ ਵਾਸਤੇ ਇਸ ਸੈਪਟੈਂਬਰ ਤੋਂ। ਹਾਲਾਂਕਿ ਇਹ ਪਿਛਲੇ ਸੈਪਟੈਂਬਰ 'ਚ ਸ਼ੁਰੂ ਹੋ ਜਾਣਾ ਸੀਗਾ, ਪੈਂਡੇਮਿਕ ਕਰਕੇ ਇਸ ਨੂੰ ਡਿਲੇ ਕਰ ਦਿੱਤਾ ਗਿਆ। ਔਰ ਇਸ ਮੈਥ ਦਾ ਜਿਹੜਾ ਨਵਾਂ ਕਰਿਕੂਲਮ ਹੋਏਗਾ, ਇਸ ਦੇ ਵਿੱਚ ਅਪਲਾਈਡ ਔਰ ਅਕੈਡਮਿਕ ਮੈਥ ਸਟਰੀਮਸ ਦੋਨਾਂ ਦੇ ਵਿੱਚ ਬੱਚਿਆਂ ਨੂੰ ਰੀਅਲ ਲਾਈਫ ਐਪਲੀਕੇਸ਼ਨਸ ਮੈਥ ਦੀਆਂ ਸਿਖਾਈਆਂ ਜਾਣਗੀਆਂ, ਜਿਸ ਦੇ ਵਿੱਚ ਕਿ ਬੱਚੇ ਦੇਖਣਗੇ ਕਿ ਰੀਅਲ ਲਾਈਫ ਦੇ ਵਿੱਚ ਮੈਥ ਨੂੰ ਕਿਸ ਤਰ੍ਹਾਂ ਵਰਤੋਂ ਕਰਨਾ ਹੈ। ਸਾਰੇ ਸਟੂਡੈਂਟਸ ਗ੍ਰੇਡ 1 ਤੋਂ ਲੈ ਕੇ 9 ਤੱਕ ਸੇਮ ਹੀ ਮੈਥ ਕੋਰਸ ਹੋਏਗਾ। ਔਰ ਐਜੂਕੇਸ਼ਨ ਮਿਨਿਸਟਰੀ ਆਫੀਸ਼ੀਅਲਸ ਨੇ ਦੱਸਿਆ ਹੈ ਕਿ ਇੱਕ ਜ਼ਿਆਦਾਤਰ ਜਿਹੜਾ ਐਵਰੀਡੇ ਸਿਨੈਰੀਓਜ਼ ਹੁੰਦੇ ਨੇ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਥ ਚਾਹੀਦਾ ਹੁੰਦਾ ਹੈ ਉਹ ਸਿਖਾਇਆ ਜਾਏਗਾ ਇਸ ਦੇ ਵਿੱਚ, ਜਿਸ ਦੇ ਵਿੱਚ ਕਿ ਬੱਚੇ ਸਿੱਖਣਗੇ ਕਿ ਬਜਟ ਨੂੰ ਕਿਸ ਤਰ੍ਹਾਂ ਪਲਾਨ ਕਰਨਾ ਹੈ, ਡਾਊਨ ਪੇਮੈਂਟਸ ਕਿਸ ਤਰ੍ਹਾਂ ਵਰਕ ਕਰਦੀਆਂ ਨੇ, ਔਰ ਸਟਾਕ ਮਾਰਕੀਟ ਦੀ ਜਿਹੜੀ ਮੂਵਮੈਂਟ ਹੁੰਦੀ ਹੈ ਉਸ ਦਾ ਕੀ ਅਰਥ ਹੁੰਦਾ ਹੈ, ਕਿਸ ਤਰ੍ਹਾਂ ਹੁੰਦੀ ਹੈ। ਔਰ ਇਸ ਦੇ ਨਾਲ ਨਾਲ ਬੱਚਿਆਂ ਨੂੰ ਗ੍ਰਾਫਸ ਬਾਰੇ ਸਿਖਾਇਆ ਜਾਏਗਾ। ਉਹਨਾਂ ਨੂੰ ਦੱਸਿਆ ਜਾਏਗਾ ਕਿ ਸੈੱਲ ਫੋਨ ਪਲਾਨ ਨੂੰ ਕਿਸ ਤਰ੍ਹਾਂ ਉਹ ਰੀਡ ਕਰ ਸਕਦੇ ਨੇ, ਔਰ ਮੋਸ਼ਨ ਬਾਰੇ ਰੀਡ ਕਿਸ ਤਰ੍ਹਾਂ ਕਰ ਸਕਦੇ ਨੇ, ਮੂਵਮੈਂਟ ਜਿਹੜੀ ਹੈ ਪਲੇਨਸ ਦੀ ਹੈ, ਸਕੇਟਬੋਰਡਸ ਦੀ ਹੈ, ਡੇਟਾ ਲੈਸਨਸ ਵਗੈਰਾ, ਸਪੋਰਟਸ ਸਟੈਟਿਸਟਿਕਸ ਵਗੈਰਾ, ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਕਿੰਨਾ ਇੰਟਰਸਟਿੰਗ ਹੋਏਗਾ ਇਹ ਮੈਥ ਬੱਚਿਆਂ ਵਾਸਤੇ ਕਿ ਉਹਨਾਂ ਨੂੰ ਜਿਹੜਾ ਮੁੱਢ ਤੋਂ ਹੀ ਸ਼ੁਰੂ ਤੋਂ ਇਹ ਸਾਰੀ ਜਾਣਕਾਰੀ ਮਿਲੇਗੀ ਜਿਹੜੀ ਕਿ ਉਹਨਾਂ ਨੂੰ ਆਪਣੀ ਲਾਈਫ ਲੌਂਗ ਜਿਹੜੀ ਹੈ ਕੰਮ ਆਏਗੀ ਜੀ। ਔਰ ਪਰਿਵਾਰ ਨੂੰ ਸੁਖੀ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਸੰਪਰਕ ਕਰ ਲਓ ਪੁਨੀਤ ਗੋਇਲ ਨਾਲ, ਜਿਹੜੇ ਤੁਹਾਡੀਆਂ ਸਾਰੀਆਂ ਲੋੜਾਂ ਨੂੰ, ਇੰਸ਼ੋਰੈਂਸ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ ਬੈਸਟ ਪ੍ਰੀਮੀਅਮ ਦੇ ਨਾਲ, ਬੈਸਟ ਰੇਟਸ ਦੇ ਨਾਲ। ਤਾਂ ਉਹਨਾਂ ਕੋਲ ਬੜੇ ਸਾਰੇ ਵਧੀਆ ਪਲਾਨ ਨੇ। ਪੁਨੀਤ ਗੋਇਲ ਕਾਲ ਕਰੋ 416 896 5678 416 896 5678। ਜੀ ਹਾਂ, ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਵਾਲੇ ਪਾਸੇ ਹੁਣ ਹੈਗਾ। ਔਰ ਤੁਹਾਨੂੰ ਦੱਸ ਦਈਏ ਜਨਮ ਦਿਨ ਅੱਜ ਕਿਹਨਾਂ ਦੇ ਹੈਗੇ ਆ। ਕਿਰਨ ਬੇਦੀ ਜੀ ਦਾ ਜਨਮ ਦਿਨ ਹੈਗਾ ਅੱਜ, ਔਰ 1949 ਦੇ ਵਿੱਚ ਪੈਦਾ ਹੋਏ ਸੀਗੇ। ਥੋੜੀ ਦੇਰ ਪਹਿਲਾਂ ਹੀ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈ, ਪਰ ਉੱਥੇ ਹੁਣ ਰਾਤ ਕਾਫੀ ਹੋ ਚੁੱਕੀ ਹੈ। ਔਰ ਅਮੀਸ਼ਾ ਪਟੇਲ ਜੀ ਦਾ ਜਨਮ ਦਿਨ ਹੈ, 1975 ਦੇ ਵਿੱਚ ਪੈਦਾ ਹੋਏ ਸੀ। ਸੋਨਮ ਕਪੂਰ, ਅਨਿਲ ਕਪੂਰ ਦੀ ਬੇਟੀ, 1985 ਦੇ ਵਿੱਚ ਵੀ ਪੈਦਾ ਹੋਏ ਸੀਗੇ। ਇਹਨਾਂ ਦਾ ਜਨਮ ਦਿਨ ਹੈਗਾ ਅੱਜ। ਔਰ ਖੂਬ ਸਾਰੀ ਇਹਨਾਂ ਨੇ ਜਿਹੜੀਆਂ ਫਿਲਮਾਂ ਕੀਤੀਆਂ, ਉਹਨਾਂ ਵਿੱਚੋਂ ਇੱਕ ਫਿਲਮ ਜਿਹੜੀ ਹੈ ਪ੍ਰੇਮ ਰਤਨ ਧਨ ਪਾਇਆ, ਤੁਹਾਨੂੰ ਇਹ ਗੀਤ ਸੁਣਾਉਣ ਜਾ ਰਹੇ ਹਾਂ। ਸਲਮਾਨ ਖਾਨ ਦੇ ਨਾਲ ਫਿਲਮਾਈ ਗਈ ਇਹਨਾਂ ਦੀ ਫਿਲਮ, ਤੇ ਉਹ ਅਸੀਂ ਤੁਹਾਨੂੰ ਗੀਤ ਸੁਣਾਉਂਦੇ ਹਾਂ ਔਰ ਤੁਹਾਨੂੰ ਲੈਂਦੇ ਹਾਂ ਇਜਾਜ਼ਤ। ਔਰ ਕੱਲ ਫੇਰ ਤੁਹਾਡੇ ਨਾਲ 1 ਵਜੇ ਮੁਲਾਕਾਤ ਕਰਾਂਗੇ। ਧੰਨਵਾਦ, ਨਮਸਕਾਰ, ਸਤਿ ਸ਼੍ਰੀ ਅਕਾਲ।